ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸੋਮਵਾਰ ਦੀ ਤਰ੍ਹਾਂ ਅੱਜ ਦਾ ਸਾਡਾ ਸੈਸ਼ਨ ਵੀ ਸਵਾਲ ਜਵਾਬ ਦਾ ਹੈ। ਜਿਹੜੇ ਸਵਾਲ ਆਪ ਜੀ ਭੇਜਦੇ ਹੋ ਉਹਨਾਂ ਦੇ ਪੈਨਲ ਮੈਂਬਰ ਵਿਚਾਰ ਕਰਕੇ ਉਹਦਾ ਉੱਤਰ ਤਿਆਰ ਕਰਦੇ ਹਨ। ਜਿੰਨੀ ਕੁ ਸੋਝੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਉਹਦੇ ਮੁਤਾਬਕ ਉਹਦੇ ਜਵਾਬ ਆਪ ਜੀ ਦੇ ਅੱਗੇ ਹਾਜ਼ਰ ਕਰ ਦਿੱਤੇ ਜਾਂਦੇ ਹਨ। ਇਹ ਸੈਸ਼ਨ ਦੀ ਜ਼ਿੰਮੇਵਾਰੀ ਸੇਵਾ ਵੀਰ ਰਾਜਾ ਸਿੰਘ ਜੀ ਨਿਭਾ ਰਹੇ ਹਨ। ਮੈਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੋ ਆਪ ਜੀ ਵੱਲੋਂ ਭੇਜੇ ਸਵਾਲਾਂ ਦੇ ਉੱਤਰ ਲੈ ਕੇ ਪੈਨਲ ਆਪ ਦੇ ਸਾਹਮਣੇ ਹਾਜ਼ਰ ਹੈ। ਤੋ ਸਭ ਤੋਂ ਪਹਿਲਾਂ ਪੈਨਲ ਮੈਂਬਰਸ ਆਪ ਜੀ ਨੂੰ ਫਤਿਹ ਸਾਂਝੀ ਕਰਨਗੇ ਜੀ। ਹਾਂਜੀ ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰ ਪ੍ਰਭਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾ ਕਿੱਕਰ ਸਿੰਘ ਜੀ। ਹਾਂਜੀ ਕਿੱਕਰ ਸਿੰਘ ਜੀ ਅਨਮਿਊਟ ਕਰਕੇ ਫਤਿਹ ਸਾਂਝੀ ਕਰ ਲਓ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾ ਮਨਮੋਹਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਤੁਹਾਡਾ ਕੁਝ ਨੈਟ ਪ੍ਰੋਬਲਮ ਲੱਗਦੀ ਹੈ, ਆਵਾਜ਼ ਕੱਟ ਕੇ ਆ ਰਹੀ ਹੈ। ਸਾ ਹਰਜੀਤ ਸਿੰਘ ਜੀ ਨੇ ਵੀ ਪਹਿਲੇ ਫਤਿਹ ਸਾਂਝੀ ਕੀਤੀ ਹੈ ਜੀ। ਤੋ ਆਓ ਸਤਸੰਗੀਓ ਆਪਾਂ ਸਵਾਲਾਂ ਵੱਲ ਚੱਲਦੇ ਹਾਂ ਜੀ। ਆਪ ਜੀ ਦੀ ਬੜੀ ਕਿਰਪਾ ਹੈ ਕਿ ਵੱਖ-ਵੱਖ ਵਿਸ਼ਿਆਂ ਤੇ ਤੁਸੀਂ ਸਵਾਲ ਭੇਜਦੇ ਹੋ, ਜਿਨ੍ਹਾਂ ਦੇ ਉੱਤਰ ਲੱਭ ਕੇ ਕੋਸ਼ਿਸ਼ ਹੁੰਦੀ ਹੈ ਕਿ ਸੋਮਵਾਰ ਨੂੰ ਜਿੱਥੋਂ ਤੱਕ ਸਤਿਗੁਰੂ ਕਿਰਪਾ ਕਰਨ ਆਪ ਜੀ ਨਾਲ ਅਸੀਂ ਸਾਂਝੇ ਕਰੀਏ। ਵਾਹਿਗੁਰੂ ਵਾਹਿਗੁਰੂ। ਸ਼ੁਰੂ 'ਚ ਹੀ ਬੇਨਤੀ ਕਰ ਦਿੰਦੇ ਹਾਂ ਕਿ ਜਿਸ ਤਰ੍ਹਾਂ ਪਹਿਲੇ ਵੀਰ ਜੀ ਨੇ ਦੱਸਿਆ ਕਿ ਜੋ ਵੀ ਇਹ ਸਵਾਲ ਆਪ ਜੀ ਭੇਜਦੇ ਹੋ ਉਹ ਪੈਨਲ ਮੈਂਬਰ ਆਪਣੇ ਵੱਲੋਂ ਸਿੱਖ ਰਹਿਤ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਔਰ ਬਾਕੀ ਜੋ ਪ੍ਰਚਲਿਤ ਮਰਿਆਦਾਵਾਂ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਇਹਨਾਂ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕਰੀ ਦੀ। ਪਰ ਕਿਉਂਕਿ ਬਾਣੀ ਸਮੁੰਦਰ ਹੈ ਤੇ ਸਮੁੰਦਰ ਦੀ ਥਾਂ ਨਾ ਕਦੀ ਅੱਜ ਤੱਕ ਕਿਸੇ ਪਾਈ ਹੈ ਨਾ ਪਾ ਸਕੇਗਾ, ਪਰ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਅਸੀਂ ਉਸ ਪਾਸੇ ਨੂੰ ਤੁਰ ਸਕੀਏ। ਤੋ ਜਿਹੜੇ ਵੀ ਉੱਤਰ ਆਪ ਸਾਹਮਣੇ ਲੈ ਕੇ ਆਉਂਦੇ ਆ ਜੀ, ਇਹਨਾਂ 'ਚ ਬਹੁਤ ਸਾਰੀਆਂ ਉਣਤਾਈਆਂ ਰਹਿ ਸਕਦੀਆਂ ਨੇ ਜਿਨ੍ਹਾਂ ਬਾਰੇ ਆਪ ਜੀ ਨੇ ਸਾਨੂੰ ਆਗਾਹ ਕਰਨਾ। ਤੁਸੀਂ ਸਾਨੂੰ ਜਦ ਕੁਐਸਚਨ ਆਨਸਰ ਸੈਸ਼ਨ ਚੱਲਦਾ ਹੋਵੇ ਤਾਂ ਗਰੁੱਪ ਚੈਟ ਵਿੱਚ ਆਪਣੇ ਸੁਝਾਅ ਇਨ ਫੀਡ ਸਾਡੀਆਂ ਕਰੈਕਸ਼ਨਸ ਪਾ ਸਕਦੇ ਹੋ ਜਾਂ ਬਾਅਦ ਵਿੱਚ ਵੀ ਤੁਸੀਂ ਸਾਨੂੰ WhatsApp ਕਰ ਸਕਦੇ ਹੋ। ਤੋ ਆਸ ਹੈ ਤੁਸੀਂ ਇਸੇ ਤਰ੍ਹਾਂ ਸਾਨੂੰ ਉਤਸ਼ਾਹਿਤ ਕਰਦੇ ਰਹੋਗੇ। ਤੋ ਆਓ ਆਪਾਂ ਅੱਜ ਦੇ ਸਵਾਲਾਂ ਵੱਲ ਚੱਲਦੇ ਹਾਂ। ਪਿਛਲੇ ਹਫ਼ਤੇ ਖਿਮਾ ਕਰਨਾ ਇੱਕ ਸਵਾਲ ਰਹਿ ਗਿਆ ਸੀ। ਸਵਾਲ ਜਿਹੜਾ ਸਾਹਿਬ ਮੇਲਾ ਸਿੰਘ ਨੇ ਭੇਜਿਆ, ਉਹਨਾਂ ਦੇ ਕਿਸੇ ਵਿਦਿਆਰਥੀ ਨੇ ਲਿਖਿਆ ਕਿ ਪਾਕਿਸਤਾਨ ਵਿੱਚ ਬਾਬਾ ਸਹਾਰੀ ਮਲ ਜੀ ਦਾ ਕੋਈ ਅਸਥਾਨ ਜਿੱਥੇ ਉਹਨਾਂ ਦੇ ਮਤਲਬ ਹੈ ਵੀ ਜਿਹੜੀਆਂ ਅਖੀਰਲੀਆਂ ਰੀਤਾਂ ਹੁੰਦੀਆਂ ਉਹ ਕਰਨ ਤੋਂ ਬਾਅਦ ਉੱਥੇ ਸਮਾਧ ਟਾਈਪ ਹੀ ਬਣੀ ਹੈ ਔਰ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਸੰਗਤਾਂ ਬਹੁਤ ਜਾਂਦੀਆਂ ਨੇ। ਉਹਨਾਂ ਨੇ ਇਹ ਵੀ ਲਿਖਿਆ ਕਿ ਬਾਬਾ ਸਹਾਰੀ ਮਲ ਜਿਹੜੇ ਨੇ ਗੁਰੂ ਅਮਰਦਾਸ ਜੀ ਵੱਲੋਂ ਵਰਸਾਏ ਸਨ। ਤਾਂ ਜਿਹੜਾ ਸਵਾਲ ਆਇਆ ਉਹ ਬੜਾ ਅਹਿਮ ਹੈ ਔਰ ਜਿਨ੍ਹਾਂ ਨੇ ਸਵਾਲ ਕੀਤਾ ਹੈ ਉਹਨਾਂ ਦੇ ਵਿਦਿਆਰਥੀ ਨੇ, ਉਹ ਵੀ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿਉਂਕਿ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਐਪਰੈਂਟਲੀ ਸਾਨੂੰ ਪਤਾ ਲੱਗ ਜਾਂਦਾ ਕਿ
ਸਾਡੀ ਵਿਚਾਰਧਾਰਾ ਭਾਵ ਸਿੱਖ ਵਿਚਾਰਧਾਰਾ ਨਾਲ ਕਈ ਚੀਜ਼ਾਂ ਮੇਲ ਨਹੀਂ ਖਾਂਦੀਆਂ, ਕਿਉਂਕਿ ਉੱਥੇ ਸਮਾਧ ਵੀ ਬਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਹੈ। ਤੇ ਉਹਨਾਂ ਨੇ ਇਹ ਪੁੱਛਿਆ ਸਵਾਲ ਕਰਤਾ ਨੇ ਵੀ ਤੁਸੀਂ ਦੱਸੋ ਇਹ ਠੀਕ ਹੈ ਜਾਂ ਨਹੀਂ ਠੀਕ। ਤੇ ਅਸੀਂ ਸਾਹਿਬ ਪ੍ਰਭੂ ਕੀਰਤਨ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਕਿ ਇਹਦੇ ਬਾਰੇ ਸਾਨੂੰ ਜਾਣੂ ਕਰਾਉਣ। ਸਾਹਿਬ ਪ੍ਰਭੂ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਸਵਾਲ ਦੀ ਮੈਂ ਥੋੜੀ ਜਿਹੀ ਡਿਟੇਲ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਜੀ। ਇੱਕ ਤਾਂ ਇਹ ਉਹਨਾਂ ਨੇ ਸਵਾਲ ਜੋ ਪੁੱਛਿਆ ਹੈ ਉਹਦੇ ਵਿੱਚ ਲਿਖਿਆ ਕਿ ਤੀਸਰੇ ਪਾਤਸ਼ਾਹ ਜੀ ਦੇ ਸਿੱਖ ਜਿਹੜੇ ਸਨ ਭਾਈ ਸਿਹਾਰੀ ਮਲ ਜੀ, ਉਹਨਾਂ ਦੀ ਯਾਦ ਵਿੱਚ ਤਪ ਸਥਾਨ ਕਸਬਾ ਕਸੂਰ ਪਾਕਿਸਤਾਨ ਦੇ ਨੇੜੇ ਜਿਹੜਾ ਪਿੰਡ ਸਹਾਰੀ ਹੈ ਉਹ ਗੁਰਦੁਆਰਾ ਬਣਿਆ ਹੋਇਆ ਹੈ। ਤੇ ਉੱਥੋਂ ਇੱਕ ਯਾਦਗਾਰੀ ਇੱਟ ਲਿਆ ਕੇ ਪਿੰਡ ਅੱਕੂ ਮਸਤੇ ਜ਼ਿਲ੍ਹਾ ਯਾਦ ਦੇ ਵਿੱਚ ਬਣਾਇਆ ਗਿਆ। ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸੁਸ਼ੋਭਿਤ ਹਨ ਤੇ ਨਾਲ ਹੀ ਪੀਰ ਦੀ ਜਗ੍ਹਾ ਵੀ ਬਣੀ ਹੋਈ ਹੈ, ਭਾਵ ਇੱਕ ਮੜੀ ਜਿਹੀ ਬਣੀ ਹੋਈ ਹੈ ਜਿੱਥੇ ਜਾ ਕੇ ਲੋਕ ਮੱਥਾ ਟੇਕਦੇ ਹਨ ਤੇ ਅਰਦਾਸਾਂ ਕਰਦੇ ਹਨ। ਤਾਂ ਉਹਨਾਂ ਦਾ ਸਵਾਲ ਹੈ ਕਿ ਕੀ ਇਹ ਸਹੀ ਹੈ ਕਿ ਇੱਕੋ ਥਾਂ ਤੇ ਜੋ ਗੁਰਦੁਆਰਾ ਹੈ ਉੱਥੇ ਮੜੀ ਵੀ ਹੈ, ਕਬਰ ਵੀ ਹੈ, ਕੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ? ਆਓ ਸਭ ਤੋਂ ਪਹਿਲਾਂ ਆਪਾਂ ਗੁਰਬਾਣੀ ਦਾ ਇਸ ਪ੍ਰਤੀ ਕੀ ਨਜ਼ਰੀਆ ਹੈ ਉਹ ਆਪਾਂ ਦੇਖੀਏ। ਗੁਰਬਾਣੀ ਦੇ ਵਿੱਚ ਫਰਮਾਨ ਹੈ, ਵੀ ਜੀ ਇਹ ਡਿਸਪਲੇ ਕਰ ਦੇਣਾ ਜੀ ਕਿਰਪਾ ਕਰਕੇ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਏ। ਇਹ ਜੋ ਸ਼ਬਦ ਹੈ ਸੋਰਠ ਮਹਿਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ, ਇਹ ਪੰਨਾ 624 ਦੇ ਉੱਤੇ ਦਰਜ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਜਿਹਦੇ ਵਿੱਚ ਉਹਨਾਂ ਨੇ ਫਸਟ ਪਰਸਨ ਦੇ ਵਿੱਚ ਇਹ ਗੱਲ ਸਾਨੂੰ ਸਮਝਾਈ ਹੈ ਕਿ ਮੈਂ ਹਰੀ ਬਿਨਾ, ਪ੍ਰਭੂ ਦੇ ਬਿਨਾ, ਅਕਾਲ ਪੁਰਖ ਦੇ ਬਿਨਾ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ ਤੇ ਮੜੀਆਂ ਮਸਾਣਾ ਤੇ ਨਹੀਂ ਜਾਂਦਾ। ਤਾਂ ਅੱਗੇ ਉਹਨਾਂ ਨੇ ਹੋਰ ਵੀ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ, ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ, ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵੇਂ ਮਤ ਲਾਈ। ਤੋ ਇਹ ਪੂਰੀ ਜੋ ਇੱਕ ਪਦਾ ਹੈ ਇਸ ਸ਼ਬਦ ਦਾ, ਉਹਦੇ ਪਹਿਲਾ ਪਦਾ ਹੈ, ਉਹਦੇ ਵਿੱਚ ਉਹਨਾਂ ਨੇ ਉਹ ਸਾਰੀਆਂ ਗੱਲਾਂ ਦੱਸੀਆਂ ਨੇ ਜਿਹੜੀਆਂ ਇੱਕ ਗੁਰਸਿੱਖ ਨੂੰ ਸ਼ੋਭਾ ਨਹੀਂ ਦਿੰਦੀਆਂ ਕਰਨ ਵਾਸਤੇ। ਤੇ ਜਿਹੜਾ ਸ਼ਬਦ ਦਾ ਮੁੱਖ ਭਾਵ ਹੈ ਉਹ ਹੈ ਮਨ ਬੈਰਾਗ ਰਤੋਂ ਬੈਰਾਗੀ, ਸ਼ਬਦ ਮਨ ਮੇਧਿਆ ਮੇਰੀ ਮਾਈ, ਕਿ ਮੇਰਾ ਮਨ ਜਿਹੜਾ ਹੈ ਉਹ ਸ਼ਬਦ ਦੇ ਨਾਲ ਵਿੰਨਿਆ ਗਿਆ। ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉ ਲਿਵਲਾਈ ਰਹਾਉ। ਤਾਂ ਭਾਵ ਇਹ ਹੈ ਕਿ ਗੁਰਸਿੱਖੀ ਦੇ ਵਿੱਚ ਜੋ ਅਸੂਲ ਹੈ, ਜਿਹੜੇ ਜਿਹੜੇ ਕੰਮ ਨਹੀਂ ਕਰਨੇ ਪਹਿਲਾਂ ਉਸ ਪਦੇ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਏ ਹਨ। ਤੇ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਏ। ਭਾਵ ਇਹ ਕਿ ਅਸੀਂ ਉਸ ਅਕਾਲ ਪੁਰਖ ਦੀ ਬਾਣੀ ਦੇ ਨਾਲ, ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵਲਾਈ, ਉੱਥੇ ਹੀ ਅਸੀਂ ਲਿਵ ਲਾ ਕੇ ਰੱਖਣੀ ਹੈ। ਮੜੇ ਮਸਾਨਾ ਜਾਂ ਹੋਰ ਜਿਹੜੇ ਢੰਗ ਹਨ ਉਹਨਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ। ਤਾਂ ਇਸੇ ਤਰ੍ਹਾਂ ਹੀ ਅੱਗੇ ਆਪ ਫਰਮਾਉਂਦੇ ਹਨ ਇੱਕ ਹੋਰ ਥਾਂ ਦੇ ਉੱਤੇ, ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਰਮ ਭੁੱਲੇ ਅਗਿਆਨੀ ਅੰਧਲੇ, ਭ੍ਰਮ ਭ੍ਰਮ ਉਲ ਤੋਰਾਵੈ, ਨਿਰਜੀਉ ਪੂਜੈ ਮੜਾ ਸਰੇਵੈ, ਸਭ ਬਿਰਥੀ ਘਾਲ ਗਵਾਵੈ। ਹੁਣ ਸਤਿਗੁਰੂ ਜੀ ਨੇ ਮੜੀਆਂ ਦੀ ਸੇਵਾ ਕਰਨ ਲਈ, ਮੜੀਆਂ ਅੱਗੇ ਮੱਥੇ ਟੇਕਣ ਵਾਲਿਆਂ ਨੂੰ, ਉਹਨਾਂ ਦੇ ਵਾਸਤੇ ਸ਼ਬਦ ਵਰਤਿਆ ਹੈ ਸਭ ਬਿਰਥੀ ਘਾਲ ਗਵਾਵੈ। ਤੇ ਇਸ ਤੋਂ ਪਹਿਲੀ ਪੰਕਤੀ ਦੇ ਵਿੱਚ ਆਪ ਨੇ ਉਹਨਾਂ ਦੇ ਵਾਸਤੇ ਜੋ ਸ਼ਬਦ ਵਰਤੇ ਹਨ, ਭਰਮ ਭੁੱਲੇ ਅਗਿਆਨੀ ਅੰਧਲੇ, ਉਹਨਾਂ ਨੂੰ ਅਗਿਆਨੀ ਵੀ ਕਿਹਾ ਹੈ ਤੇ ਅੰਧਲੇ ਵੀ ਕਿਹਾ। ਤੇ ਇਸ ਸ਼ਬਦ ਦੇ ਜੋ ਪਹਿਲਾ ਪਦਾ ਹੈ ਉਹਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ। ਕਿ ਜਿਹੜਾ ਉਹ ਗੁਰੂ ਦੀ ਸੇਵਾ ਕਰਦਾ ਹੈ, ਭਾਵ ਗੁਰੂ ਦੀ ਸੇਵਾ ਕਿਹੜੀ ਹੈ ਉਹ ਵੀ ਅੱਗੇ ਸਤਿਗੁਰੂ ਜੀ ਨੇ ਸਪਸ਼ਟ ਕੀਤਾ ਹੈ, ਰਹਾਉ ਦੀ ਪੰਕਤੀ ਚ ਉੱਪਰ ਸਪਸ਼ਟ ਕੀਤਾ ਹੈ ਕਿ ਮੇਰੇ ਪ੍ਰਭੂ ਨੂੰ ਤਾਂ ਉਹੀ ਜਨ ਭਾਉਂਦਾ ਹੈ। ਸੋ ਗੁਰ ਕੋ, ਜੋ ਗੁਰ ਕੋ
ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਧਰਾਵੈ। ਤੇ ਰਹਾਉ ਦੇ ਬੰਦ ਵਿੱਚ ਉਹ ਕਹਿ ਰਹੇ ਹਨ ਕਿ ਸਤਿਗੁਰ ਹਰ ਹਰ ਨਾਮ ਦ੍ਰਿੜਾਵੈ। ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭੋਜਲ ਜਗਤ ਤਰਾ। ਤੋ ਸਾਡਾ ਜੋ ਸਿਧਾਂਤ ਹੈ ਉਸ ਅਕਾਲ ਪੁਰਖ ਦੇ ਨਾਲ, ਪ੍ਰਭੂ ਦੇ ਨਾਲ ਹਰ ਹਰ ਨਾਮ ਦ੍ਰਿੜਾਵਾ ਵਾਲੀ ਜਿਹੜੀ ਗੱਲ ਹੈ, ਹਰੀ ਦੇ ਨਾਮ ਦੇ ਨਾਲ ਜੁੜਨਾ ਹੈ। ਤੇ ਜਿਹੜੇ ਮੜਿਆਂ ਅੱਗੇ ਮੱਥੇ ਟੇਕਦੇ ਹਨ ਜਾਂ ਨਿਰਜੀਵ ਪੂਜਾ, ਜਿਹੜੇ ਨਿਰਜੀਵ ਵਸਤੂਆਂ ਨੂੰ ਪੂਜਦੇ ਹਨ, ਜਿਵੇਂ ਆਪਾਂ ਕਹਿ ਲਈਏ ਕਿ ਮੂਰਤੀਆਂ ਹਨ ਜਾਂ ਚਿੱਤਰ ਹਨ, ਫੋਟੋਆਂ ਦੇ ਅੱਗੇ ਮੱਥੇ ਟੇਕਦੇ ਹਨ, ਜਾਂ ਹੋਰ ਵੀ ਕਿਸੇ ਕਿਸਮ ਦੀ ਨਿਰਜੀਵ ਵਸਤਾਂ ਦੀ ਪੂਜਾ ਕਰਕੇ ਇਹ ਸਮਝਦੇ ਹਨ ਕਿ ਸਾਡਾ ਕੋਈ ਸੰਬੰਧ ਅਕਾਲ ਪੁਰਖ ਦੇ ਨਾਲ ਬਣ ਜਾਏਗਾ, ਤਾਂ ਉਹਨਾਂ ਨੂੰ ਆਪ ਜੀ ਨੇ ਅਗਿਆਨੀ ਤੇ ਅੰਧਲੇ ਜਿਹੜੇ ਨੇ ਉਹ ਕਿਹਾ ਹੈ। ਤੋ ਸਪਸ਼ਟ ਹੈ ਕਿ ਗੁਰਮਤਿ ਸਿਧਾਂਤ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਦੇ ਬਿਲਕੁਲ ਉਲਟ ਹੈ। ਸਿਰਫ ਸਤਿਗੁਰੂ ਜੀ ਨੇ ਇਸ ਤਰ੍ਹਾਂ ਨਹੀਂ ਗੱਲ ਕੀਤੀ, ਜਿਨ੍ਹਾਂ ਧਰਮਾਂ ਦੇ ਵਿੱਚ ਜਾਂ ਜਿਨ੍ਹਾਂ ਵਿਚਾਰਧਾਰਾਵਾਂ ਦੇ ਵਿੱਚ ਵੀ ਮੜੀਆਂ ਮਸਾਣਾਂ ਦੀ ਜਾਂ ਇਸ ਕਿਸਮ ਦੀਆਂ ਪੂਜਾ ਕੀਤੀਆਂ ਹੋਈਆਂ ਨੇ, ਪ੍ਰਿਸਕ੍ਰਾਈਬ ਕੀਤੀਆਂ ਹੋਈਆਂ ਨੇ, ਉਹਨਾਂ ਦੇ ਬਾਰੇ ਵੀ ਵਾਹਿਗੁਰੂ ਜੀ ਨੇ ਇਹ ਦੱਸਿਆ ਹੈ ਕਿ ਇਹ ਜਿਹੜੀ ਹੈ ਇਹ ਪਛਤਾਉਣ ਵਾਲਾ ਕੰਮ ਹੈ, ਇਹਦੇ ਵਿੱਚ ਕੁਝ ਨਹੀਂ ਲੱਭਣਾ। ਅਨੇਕਾਂ ਥਾਵਾਂ ਤੇ ਸਤਿਗੁਰੂ ਜੀ ਨੇ ਇਹਨਾਂ ਗੱਲਾਂ ਦੀ ਜੋ ਕੀਤੀ ਆ ਆਪਾਂ ਸਾਰੇ ਜਾਣਦੇ ਹਾਂ। ਆਸਾ ਜੀ ਦੀ ਵਾਰ ਦੇ ਵਿੱਚ ਰਹਿ ਬਿਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ, ਕਿ ਭਾਵ ਪਛਤਾਉਣ ਵਾਲੀ ਗੱਲ ਹੈ। ਇਸੇ ਤਰ੍ਹਾਂ ਹੀ ਜਦੋਂ ਯੋਗ ਮਤ ਦੀ ਗੱਲ ਸਤਿਗੁਰੂ ਜੀ ਫਰਮਾ ਰਹੇ ਹਨ, ਉਹ ਕਹਿੰਦੇ ਹਨ ਕਿ ਸ਼ਿਵ ਜੀ ਤੋਂ ਪ੍ਰੇਰਨਾ ਲੈ ਕੇ ਮੜੇ ਮਸਾਣਾ ਦੇ ਵਿੱਚ ਜਿਹੜੇ ਜੋਗੀ ਵਾਸ ਕਰਦੇ ਹਨ, ਜੋ ਉਹਨਾਂ ਦੇ ਬਾਰੇ ਆਪ ਫਰਮਾਉਂਦੇ ਹਨ ਕਿ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ। ਤੇ ਇਸੇ ਤਰ੍ਹਾਂ ਦੇ ਅਨੇਕਾਂ ਹੋਰ ਫਰਮਾਨ ਹਨ। ਤੇ ਭਾਈ ਗੁਰਦਾਸ ਜੀ ਨੇ ਵੀ ਫਿਰ ਉਸ ਤੋਂ ਬਾਅਦ ਫਰਮਾਇਆ ਹੈ ਇੱਕ ਪੌੜੀ ਦੇ ਵਿੱਚ, ਵਾਰ ਪਹਿਲੀ ਦੀ 18ਵੀਂ ਪੌੜੀ ਦੇ ਵਿੱਚ, ਕਿ ਕਿਸੇ ਪੁਜਾਈ ਸਿਲਾ ਸੁਨ ਕੋਈ ਗੋਰੀ ਮੜੀ ਪੁਜਾਵੈ। ਬਈ ਕੋਈ ਪੱਥਰਾਂ ਨੂੰ ਪੂਜਦਾ ਪਿਆ ਤੇ ਕੋਈ ਗੋਰਾਂ ਨੂੰ, ਭਾਵ ਕਬਰਾਂ ਨੂੰ ਤੇ ਮੜੀਆਂ ਨੂੰ ਪੂਜਦਾ ਪਿਆ ਹੈ। ਤੰਤਰ ਮੰਤਰ ਪਾਖੰਡ ਕਰ ਕਲੈ ਕ੍ਰੋਧ ਬਵਾਦ ਵਧਾਵੈ। ਆਪੇ ਧਾਪੀ ਹੋਏ ਕਹਿ ਨਿਆਰੇ ਨਿਆਰੇ ਧਰਮ ਚਲਾਵੈ। ਕੋਈ ਪੂਜੈ ਚੰਦ ਸੂਰ ਕੋਈ ਧਰਤੇ ਆਕਾਸ਼ ਮਨਾਵੈ। ਪੌਣ ਪਾਣੀ ਬੈਸੰਤਰੋ ਧਰਮ ਰਾਜ ਕੋਈ ਤ੍ਰਿਪਤਾਵੈ। ਤੇ ਅੰਤ ਵਿੱਚ ਨਿਰਣਾ ਕੀ ਦਿੰਦੇ ਹਨ ਕਿ ਫੋਕਟ ਧਰਮੀ ਭਰਮ ਭੁਲਾ। ਤੋਂ ਗੱਲ ਸਪਸ਼ਟ ਹੈ ਕਿ ਸਾਡੇ ਵਾਸਤੇ ਇਹੋ ਜਿਹੇ ਸ਼ਰਧਾਲੂਆਂ ਦਾ ਇਹੋ ਜਿਹੇ ਅਸਥਾਨ ਤੇ ਜਾਣਾ, ਖਾਸ ਕਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਸਾਨੂੰ ਜਿਹੜਾ ਅਸੀਂ ਸਵਈਆ ਸਾਰੇ ਪੜ੍ਹਦੇ ਹਾਂ, ਜਿਹਦੇ ਵਿੱਚ ਖਾਲਸੇ ਦੀ ਡੈਫੀਨੇਸ਼ਨ ਹੈ, ਉਹਦੇ ਵਿੱਚ ਉਹਨਾਂ ਨੇ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ ਦੀ ਸਾਨੂੰ ਹਦਾਇਤ ਕੀਤੀ ਹੈ ਕਿ ਖਾਲਸਾ ਹੈ ਹੀ ਉਹ ਹੈ ਜਿਹੜਾ ਉਸ ਅਕਾਲ ਪੁਰਖ ਦੀ ਜੋਤ ਦੇ ਨਾਲ ਜਿਹੜਾ ਹੈ ਉਹ ਜੁੜਦਾ। ਤੇ ਉਹਦੇ ਵਿੱਚ ਉਹਨਾਂ ਨੇ ਸਪੈਸੀਫਿਕਲੀ ਸਾਨੂੰ ਮਨਾ ਕੀਤਾ ਕਿ ਜਿਹੜਾ ਪੂਰਨ ਪ੍ਰੇਮ ਮੜੀ ਮਠ ਭੂਲ ਨਾ ਜਾਣ ਮਾਰਨਾ। ਤੋ ਅੰਤ ਦੇ ਵਿੱਚ ਉਹਨਾਂ ਨੇ ਕਿਹਾ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਏ ਨਖਾਲਸ ਜਾਣਾ। ਕੰਮ ਕੀਤਾ ਜਾ ਰਿਹਾ ਹੈ ਇਸ ਗੁਰਸਥਾਨ ਕਹੇ ਜਾਂਦੇ ਗੁਰਸਥਾਨ ਦੇ ਉੱਤੇ ਜਿੱਥੇ ਹੈ, ਪਰ ਇਸ ਦੇ ਬਾਵਜੂਦ ਉੱਥੇ ਇੱਕ ਮੜੀ ਬਣਾ ਕੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਮੱਥੇ ਟੇਕੇ ਜਾ ਰਹੇ ਹਨ। ਤਾਂ ਸਪਸ਼ਟ ਹੈ ਕਿ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਦੂਜਾ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੇ ਉਲਟ ਉੱਥੇ ਕਰਮ ਕੀਤੇ ਜਾ ਰਹੇ। ਹੁਣ ਇਹ ਵੀ ਸਤਿਗੁਰੂ ਜੀ ਦੀ ਨਿਰਾਦਰੀ ਦੇ ਤੋਲੀ ਹੈ, ਪਰ ਨਾਲ ਹੀ ਸਾਨੂੰ ਇਹ ਵੀ ਗੱਲ ਸਪਸ਼ਟ ਹੈ ਕਿ ਇਸ ਸਥਾਨ ਤੇ ਜਿਹੜੇ ਸ਼ਰਧਾਲੂ ਜਾ ਰਹੇ ਹਨ ਉਹਨਾਂ ਬਾਰੇ ਜਿਵੇਂ ਸਤਿਗੁਰੂ ਜੀ ਨੇ ਸ਼ਬਦ ਵਰਤੇ ਹਨ ਅਗਿਆਨੀ ਤੇ ਅੰਧਲੇ, ਇਹ ਉਸੇ ਅਵਸਥਾ ਵਿੱਚ ਹਨ। ਤੇ ਜਦੋਂ ਅਗਿਆਨੀਆਂ ਦਾ ਇਲਾਜ ਕਰਨਾ ਹੋਵੇ, ਅੰਧਲਿਆਂ ਦਾ ਇਲਾਜ ਕਰਨਾ ਹੋਵੇ, ਤਾਂ ਉਹਦਾ ਇਲਾਜ ਗਿਆਨ ਹੈ, ਚਾਨਣ ਹੈ। ਭਾਵ ਇਹ ਹੈ ਕਿ ਇਹਦਾ ਹੱਲ ਇਹ ਹੈ ਕਿ ਅਸੀਂ ਸੰਗਤ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਕਰੀਏ, ਇਹਦੀ ਸਹੀ ਵਿਆਖਿਆ ਕਰੀਏ। ਮਤਲਬ ਜੇ ਆਪਾਂ ਦੋ ਲਫ਼ਜ਼ਾਂ ਵਿੱਚ ਕਹੀਏ ਕਿ ਸੰਗਤ ਦੀ ਐਜੂਕੇਸ਼ਨ ਵੱਲ ਸਾਨੂੰ ਸਪੈਸ਼ਲ ਧਿਆਨ ਦੇਣਾ ਚਾਹੀਦਾ ਹੈ। ਗੁਰਬਾਣੀ ਤਾਂ ਐਸੀ
ਮਤਲਬ ਅਸੀਂ ਕਹੀਏ ਕਿ ਐਸਾ ਬਾਣ ਹੈ ਜਿਹੜਾ ਜਨਮ ਜਨਮ ਦੀ ਅਗਿਆਨਤਾ ਕੱਟਣ ਦੀ ਸਮਰੱਥਾ ਰੱਖਦਾ ਹੈ। ਤੇ ਇਹਨਾਂ ਅਵਸਥਾਵਾਂ ਜਿਹੜੀਆਂ ਇਹ ਕੁਰੀਤੀਆਂ ਸਾਡੇ ਵਿੱਚ ਆ ਗਈਆਂ ਹਨ, ਇਹਨਾਂ ਦਾ ਜਿਹੜਾ ਸਥਾਈ ਹੱਲ ਹੈ ਉਹ ਗੁਰੂ ਦਾ ਗਿਆਨ ਹੀ ਹੈ। ਇਸ ਤੋਂ ਇਲਾਵਾ ਹੋਰ ਜਿਹੜੇ ਵਾਦ ਵਿਵਾਦ ਜਾਂ ਝਗੜਿਆਂ ਨਾਲ ਅਸੀਂ ਇਹ ਗੱਲ ਨਹੀਂ ਸਮਝਾ ਸਕਦੇ। ਇਹ ਦਰਅਸਲ ਇਹ ਸਾਡੀ ਸਾਰੇ ਸਿੱਖਾਂ ਦੀ, ਸਾਡੇ ਪ੍ਰਚਾਰ ਕਰਨ ਵਾਲੇ ਸਿੱਖਾਂ ਦੀ, ਇਹਨਾਂ ਸਾਰਿਆਂ ਦੀ ਜਿਹੜੀ ਕਮੀ ਹੈ ਉਹਨੂੰ ਇਹ ਉਜਾਗਰ ਕਰਦਾ ਹੈ ਕਿ ਅਸੀਂ ਸਤਿਗੁਰੂ ਜੀ ਦੇ ਗਿਆਨ ਦਾ ਭੰਡਾਰ, ਜੋ ਅਮੁੱਕ ਭੰਡਾਰ ਉਹ ਸਾਨੂੰ ਦੇ ਗਏ ਹਨ, ਅਸੀਂ ਉਹ ਸੰਗਤ ਤੇ ਤੱਕ ਪਹੁੰਚਾ ਨਹੀਂ ਸਕੇ। ਤੇ ਜਿਹੜੇ ਉੱਥੋਂ ਦੇ ਪ੍ਰਬੰਧਕ ਹਨ ਉਹਨਾਂ ਦੇ ਬਾਰੇ ਅਸੀਂ ਇਉਂ ਕਹਿ ਸਕਦੇ ਹਨ ਕਿ ਉਹ ਵੀ ਜਾਂ ਤਾਂ ਅਗਿਆਨਤਾ ਵਸ ਕਰ ਰਹੇ ਹਨ ਤੇ ਜਾਂ ਲੋਭ, ਤ੍ਰਿਸ਼ਨਾ ਤੇ ਲੁੱਟਣ ਵਾਲੀ ਪ੍ਰਵਿਰਤੀ, ਜਿਵੇਂ ਕਿ ਬਾਣੀ ਦੇ ਵਿੱਚ ਬਨਾਰਸ ਕੇ ਠੱਗ ਸ਼ਬਦ ਆਉਂਦਾ ਹੈ, ਸ਼ਾਇਦ ਉਹ ਬਿਰਤੀ ਵਾਲੇ ਹਨ। ਸੋ ਉਹਨਾਂ ਦਾ ਵੀ ਸੁਧਾਰ ਬਾਣੀ ਰਾਹੀਂ ਹੀ ਹੈ। ਸਾਨੂੰ ਉਹਨਾਂ ਨੂੰ ਵੀ ਐਜੂਕੇਟ ਕਰਨਾ ਚਾਹੀਦਾ ਹੈ, ਸਮਝਾਉਣਾ ਚਾਹੀਦਾ ਹੈ ਕਿ ਇਹ ਗੁਰੂ ਦੀ ਨਰਾਦਰੀ ਕਰ ਰਹੇ ਹਨ ਤੇ ਇਸ ਤਰ੍ਹਾਂ ਕਰਨਾ ਯੋਗ ਨਹੀਂ ਹੈ। ਜਿਸ ਦਿਨ ਸਾਡੇ ਸੰਗਤ ਔਰ ਪ੍ਰਬੰਧਕ ਜਿਹੜੇ ਹਨ ਗੁਰਮਤਿ ਸਿਧਾਂਤਾਂ ਨਾਲ ਜੁੜ ਜਾਣਗੇ ਤਾਂ ਫਿਰ ਇਹ ਇੱਕ ਪੱਕਾ ਹੱਲ ਹੋ ਜਾਏਗਾ। ਫਿਰ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਸੰਗਤ ਦੇ ਵਿੱਚ, ਆਪਣਾ ਆਮ ਦੁਨੀਆ ਦੇ ਵਿੱਚ ਦੇਖਣ ਨੂੰ ਨਹੀਂ ਮਿਲਣਗੀਆਂ। ਤੇ ਫਿਰ ਅਸੀਂ ਜਿਹੜੇ ਅਗਿਆਨੀ ਤੇ ਅੰਧਲੇ ਜਿਹੜੇ ਕਰਮ ਹਨ, ਜਿਨ੍ਹਾਂ ਦੇ ਬਾਰੇ ਸਤਿਗੁਰੂ ਜੀ ਨੇ ਆਪ ਫਰਮਾਇਆ ਹੈ ਅਗਿਆਨੀ ਅੰਧਲੇ, ਤੇ ਉਹਨਾਂ ਦੇ ਬਾਰੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੂਰ ਹੋ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਦੱਸਿਆ ਵੀ ਗੁਰਬਾਣੀ ਦਾ ਪ੍ਰਚਾਰ ਕਰੀਏ ਔਰ ਗੁਰਬਾਣੀ ਦੀ ਸਹੀ ਵਿਆਖਿਆ ਕਰੀਏ। ਔਰ ਵੀਰ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਬਾਕੀ ਜਿਹੜੀਆਂ ਪ੍ਰਚਲਿਤ ਤੁਕਾਂ ਨੇ ਉਹ ਦੇ ਕੇ ਬੜੇ ਕਲੀਅਰ ਦੱਸਿਆ ਕਿ ਬਿਲਕੁਲ ਅਸੀਂ ਕੇਵਲ ਇੱਕ ਦੇ ਪੁਜਾਰੀ ਹਾਂ, ਕਿਉਂਕਿ ਸਾਨੂੰ ਇੱਕ ਓਂਕਾਰ ਦੇ ਲੜ ਲਾਇਆ। ਪਰੰਤੂ ਕਈ ਕਾਰਨ ਹੋ ਸਕਦੇ ਨੇ ਜਿਨ੍ਹਾਂ ਕਰਕੇ ਆਪਾਂ ਭਟਕੇ। ਮੇਨ ਕਾਰਨ ਜਿਵੇਂ ਵੀਰ ਜੀ ਨੇ ਦੱਸਿਆ ਉਹ ਇਹੀ ਹੈ ਕਿ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ, ਉਹਦੀ ਸਹੀ ਵਿਆਖਿਆ ਸਾਨੂੰ ਹੋਣੀ ਚਾਹੀਦੀ। ਇੱਥੇ ਮੈਂ ਇੱਕ ਬੇਨਤੀ ਕਰਾਂ ਕਿ ਅਸੀਂ ਇਸ ਗੱਲੋਂ ਵਿਸਲੇ ਹਾਂ ਤੇ ਬਹੁਤ ਥੋੜੇ ਹੋਣਗੇ ਸਾਡੇ ਚੋਂ ਜਿਹੜੇ ਬਚਪਨ ਚ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਔਰ ਗੁਰਬਾਣੀ ਦੀ ਵਿਆਖਿਆ ਸਮਝਾਉਂਦੇ ਹੋਣ। ਮੈਨੂੰ ਨਹੀਂ ਲੱਗਦਾ ਬਹੁਤੇ ਕਰਨਾ ਚਾਹੋਗੇ, ਕਿਉਂਕਿ ਜੇ ਹੁੰਦਾ ਤੇ ਫਿਰ ਅੱਜ ਸਾਡੇ ਹਾਲਾਤ ਕੁਝ ਹੋਰ ਹੋਣੇ ਸੀਗੇ। ਤਾਂ ਲੋੜ ਹੈ ਕਿ ਅਸੀਂ ਬੱਚੇ ਨੂੰ ਸੋਚਦੇ ਹਾਂ ਵੀ ਅਜੇ ਬੱਚਾ ਹੈ, ਇਹ ਬੱਚਾ ਨਹੀਂ ਹੈ। ਜਿੰਨੀ ਬੱਚੇ ਦੀ ਆਪਣਾ ਕੈਪੇਬਿਲਿਟੀਜ਼ ਹੁੰਦੀਆਂ ਨੇ ਕੋਈ ਚੀਜ਼ ਸਿੱਖਣ ਦੀਆਂ, ਉਹ ਜਿਉਂ-ਜਿਉਂ ਉਮਰ ਵੱਧ ਜਾਂਦੀ ਉਹ ਘਟਦੀਆਂ ਜਾਂਦੀਆਂ। ਬੱਚੇ ਦਾ ਮਾਈਂਡ ਬਹੁਤ ਸ਼ਾਰਪ ਹੁੰਦਾ ਹੈ, ਇਸ ਕਰਕੇ ਸਾਨੂੰ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ। ਮੈਂ ਇੱਕ ਇਨਸੀਡੈਂਟ ਦੱਸਣਾ ਚਾਹੁੰਦਾ 2 ਮਿੰਟ ਲਈ, ਭਾਵੇਂ ਸਮਾਂ ਹੋ ਰਿਹਾ। ਸਾਡੇ ਇੱਕ ਮਿੱਤਰ ਨੇ ਮੁਸਲਮਾਨ, ਤੇ ਉਹਨਾਂ ਨੂੰ ਇੱਕ ਵਾਰੀ ਸੀ ਆਪਣੇ ਜਦ ਘਰ ਬੁਲਾਇਆ ਤਾਂ ਉਹ ਘਰ ਦੇ ਜੀ ਆਏ ਤੇ ਉਹਨਾਂ ਦਾ ਲੜਕਾ ਨਹੀਂ ਆਇਆ। ਤੇ ਮੈਂ ਪੁੱਛਿਆ ਵੀ ਬੇਟਾ ਨਹੀਂ ਆਇਆ? ਉਹ ਕਹਿੰਦੇ ਜੀ ਵੀ ਉਹਦੇ ਟੀਚਰ ਨੇ ਆਉਣਾ ਸੀ। ਤੇ ਮੈਂ ਉਂਝ ਹੀ ਪੁੱਛ ਲਿਆ ਵੀ ਉਹਦੇ ਕੀ ਸਬਜੈਕਟਸ ਨੇ, ਕਿਹੜੇ ਟੀਚਰ ਨੇ ਆਉਣੇ? ਕਹਿੰਦੇ ਨਹੀਂ ਜੀ, ਮਤਲਬ ਅਕੈਡਮਿਕ ਨਹੀਂ ਹੈ, ਉਹਨੂੰ ਮਤਲਬ ਜੋ ਆਪਣਾ ਕੁਰਾਨ ਸ਼ਰੀਫ ਹੈ ਉਹਦੀ ਪੜ੍ਹਾਈ ਹੈ। ਮੈਂ ਕਿਹਾ ਅੱਛਾ। ਮੈਂ ਹੋਰ ਥੋੜੀ ਉਤਸੁਕਤਾ ਵਧੀ ਕਿਉਂਕਿ ਲੜਕਾ ਉਹ 7th ਕਲਾਸ 7th ਸਟੈਂਡਰਡ 'ਚ ਪੜ੍ਹਦਾ। ਤੇ ਮੈਂ ਕਿਹਾ ਦੇਖੋ 12-13 ਸਾਲ ਦੇ ਬੱਚੇ ਬਾਰੇ ਇਹਨਾਂ ਨੇ ਕਹਿੰਦੇ, ਮੈਂ ਕਿਹਾ ਤੁਸੀਂ ਟਿਊਸ਼ਨ ਦਾ? ਕਹਿੰਦੇ ਹਾਂਜੀ 1 ਘੰਟਾ ਰੋਜ਼ ਉਹਨਾਂ ਨੂੰ ਆ ਕੇ ਪੜ੍ਹਾਈ ਕਰਾਉਂਦਾ। ਤੇ ਫਿਰ ਗੱਲ ਚਲਦਿਆਂ ਅਗਲੀ ਗੱਲ ਜਿਹੜੀ ਹੋਰ ਹੈਰਾਨੀ ਦੀ ਹੈ, ਤੇ ਮੈਂ ਕਿਹਾ ਜੀ ਪੜ੍ਹਾਉਣ ਕੌਣ ਆਉਂਦਾ? ਕਹਿੰਦੇ ਜੀ ਇੱਕ ਟੀਚਰ ਹੈ, ਉਹ ਵੀ ਉਹਦੀ ਉਮਰ ਹੈਗੀ 16-17 ਸਾਲ। ਮੈਂ ਕਿਹਾ 16-17 ਸਾਲ ਦੀ ਉਮਰ ਵਾਲਾ ਉਹਨੂੰ ਪੜ੍ਹਾਉਂਦਾ? ਕਹਿੰਦੇ ਜੀ ਬਿਲਕੁਲ, ਉਹ ਬੜਾ ਸ਼ਾਰਪ ਮੁੰਡਾ ਹੈ। ਕਹਿੰਦੇ ਉਹਨੂੰ ਕੁਰਾਨ ਸ਼ਰੀਫ ਦੀ ਕੋਈ ਅਸੀਂ ਪੰਨਾ ਕਹਿ ਦਿੰਦੇ ਹਾਂ ਤਾਂ ਉੱਥੇ ਆਇਤ ਸੁਣਾ ਦਿੰਦੇ। ਤੇ ਮੇਰੇ ਪੈਰ ਥੱਲੋਂ ਜ਼ਮੀਨ ਨਿਕਲ ਗਈ ਵੀ ਅਸੀਂ ਕਿੱਥੇ ਖੜੇ। ਮੈਂ ਇਹ ਗੱਲ ਤੁਹਾਡਾ ਸਮਾਂ ਲੈ ਕੇ ਤਾਂ ਕਹੀ ਹੈ ਕਿ ਸਾਨੂੰ ਲੋੜ ਹੈ ਇਹਨਾਂ ਚੀਜ਼ਾਂ ਨੂੰ ਨਕਲ ਕਰਨ ਦੀ, ਵੀ ਇਹ ਕਾਪੀ ਕਰਦੇ ਨੇ। ਮੈਂ ਸਮਝਾ ਵੀ ਉਹ ਤਾਂ ਆਪਣੇ ਬਹੁਤ ਜ਼ਿਆਦਾ ਕਮਿਟਡ ਨੇ। ਜਿਹੜੇ ਛੋਟੇ ਜਿਹੇ ਬੱਚੇ ਨੂੰ ਉਚੇਚਾ ਟਿਊਸ਼ਨ ਇਸ ਗੱਲ ਦੀ ਰੱਖੀ ਹੈ, ਅਸੀਂ ਤੇ ਆਪਣੇ ਬੱਚਿਆਂ ਦੀ ਟਿਊਸ਼ਨ ਸਾਇੰਸ, ਇੰਗਲਿਸ਼ ਜਾਂ ਹੋਰ ਮੈਥ ਲਈ ਤਾਂ ਰੱਖਦੇ ਹਾਂ, ਪਰ ਮੈਨੂੰ ਨਹੀਂ ਲੱਗਦਾ ਵੀ ਸਾਡੇ 'ਚੋਂ ਵੀ ਬਹੁਤੇ ਜਿਹੜੇ ਨੇ ਉਹ ਇਸ ਪਾਸੇ ਧਿਆਨ ਦਿੰਦੇ ਹੋਣ। ਧਿਆਨ ਦੇਣ ਦੀ ਲੋੜ ਹੈ। ਇਹ ਓਨਾ ਹੀ ਜ਼ਰੂਰੀ ਹੈ ਜਿੰਨੀ ਸਾਨੂੰ ਸੰਸਾਰਕ ਪੜ੍ਹਾਈ ਭਾਵ ਅਕੈਡਮਿਕਸ ਹੈ, ਉਹਦੇ ਨਾਲ ਜ਼ਿਆਦਾ ਜ਼ਰੂਰੀ ਹੈ ਸਪਿਰਿਚੁਅਲ ਐਜੂਕੇਸ਼ਨ। ਧਿਆਨ ਦੇਈਏ। ਧੰਨਵਾਦ। ਤੋ ਆਓ ਜੀ, ਆਪਾਂ ਸਮਾਂ ਦੌੜ ਰਿਹਾ। ਅਗਲਾ ਸਵਾਲ ਜਿਹੜਾ ਹੈ ਉਹ ਗੁਰਬਾਣੀ ਬਾਰੇ ਸਾਨੂੰ ਆਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ 1194 ਤੇ ਸ਼ਬਦ ਹੈ ਜੀ, ਜੋਏ ਖਸਮ ਹੈ ਜਾਇਆ, ਪੂਤ ਬਾਪ ਖੇਲ ਆਇਆ। ਤੋ ਸਵਾਲਕਰਤਾ ਨੇ ਪੁੱਛਿਆ ਵੀ ਇਹਦਾ ਅੰਤਰੀਵ ਭਾਵ ਕੀ ਹੋ ਸਕਦਾ ਹੈ ਵੀ ਜੋਏ ਖਸਮ ਹੈ ਜਾਇਆ, ਪੂਤ ਬਾਪ ਖੇਲ ਆਇਆ?
ਮੈਂ ਬੇਨਤੀ ਕਰ ਰਿਹਾ ਵੀਰ ਕਿੱਕਰ ਸਿੰਘ ਜੀ, ਆਓ ਕਿਰਪਾ ਕਰੋ, ਅਨਮਿਊਟ ਕਰ ਲਓ ਜੀ ਤੇ ਸਾਨੂੰ ਸੰਖੇਪ ਸ਼ਬਦਾਂ 'ਚ ਇਹਦੇ ਬਾਰੇ ਦੱਸੋ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਕੀ ਫਤਿਹ। ਹਾਂ ਵੀਰ ਜੀ, ਜੋ ਇਹ ਸ਼ਬਦ ਹੈ ਵਿਚਾਰ ਅਧੀਨ, ਇਹ ਬਸੰਤ ਰਾਗ ਵਿੱਚ ਕਬੀਰ ਸਾਹਿਬ ਦਾ ਹੈ ਜੀ, ਤੇ ਇਹਦਾ ਅੰਗ 1194 ਹੈ। ਜੋਏ ਖਸਮ ਹੈ ਜਾਇਆ, ਊਤ ਬਾਪ ਖਿਲਾਇਆ, ਬਿਨ ਸਰਵਨਾ ਖੀਰ ਪਿਲਾਇਆ। ਅੱਗੇ ਜੋ ਰਾਹੋ ਦਾ ਬੰਦ ਹੈ, ਜੋ ਸ਼ਬਦ ਦਾ ਆਪਣਾ ਸੈਂਟਰਲ ਆਈਡੀਆ ਹੁੰਦਾ ਜੀ, ਦੇਖੋ ਲੋਗਾ ਕਲ ਕੋ ਭਾਓ, ਸੁੱਤ ਮੁਕਲਾਈ ਆਪਣੀ ਮਾਓ। ਇਹ ਦੁਨੀਆ ਦੇ ਲੋਕੋ, ਦੇਖੋ ਕੀ ਵਰਤਾਰਾ ਵਰਤ ਰਿਹਾ ਹੈ, ਭਾਵ ਗੈਰ ਕੁਦਰਤੀ ਵਰਤਾਰਾ, ਅਣਹੋਈਆਂ ਗੱਲਾਂ ਜਿਹਨੂੰ ਅਸੀਂ ਆਮ ਸਮਾਜ ਦੇ ਵਿੱਚ ਕਹਿੰਦੇ ਹਾਂ ਵੀ ਅਣਹੋਈ ਗੱਲ ਕਰਨੀ, ਭਾਵ ਜਿਹੜੀ ਗੱਲ ਕੋਈ ਸ਼ੋਭਾ ਨਾ ਦਿੰਦੀ ਹੋਵੇ ਉਹ ਜਿਹੀ ਗੱਲ ਨੂੰ ਅਸੀਂ ਅਣਹੋਈ ਗੱਲ ਕਹਿੰਦੇ ਹਾਂ। ਇਹ ਦੁਨੀਆ ਦੇ ਲੋਕੋ, ਇਹ ਕਲਯੁਗ ਦਾ ਦੇਖੋ, ਭਾਵ ਮਾਇਆ ਦਾ ਜੋ ਪ੍ਰਭਾਵ ਹੈ, ਕਲਯੁਗ ਤੇ ਮਾਇਆ ਇੱਕੋ ਹੀ ਚੀਜ਼ ਹੈ। ਸੋ ਮਾਇਆ ਦੇ ਪ੍ਰਭਾਵ ਅਧੀਨ ਜਾਂ ਕਲਯੁਗ ਦੇ ਪ੍ਰਭਾਵ ਅਧੀਨ ਕੀ ਇਹ ਜੀਵ ਤੇ ਪ੍ਰਭਾਵ ਪੈ ਰਿਹਾ, ਸੁੱਤ ਮੁਕਲਾਈ ਆਪਣੀ ਮਾਓ। ਜਦੋਂ ਕਿ ਆਮ ਤੌਰ ਤੇ ਇਸਤਰੀ ਦਾ ਪਹਿਲਾਂ ਵਿਆਹ ਹੁੰਦਾ ਹੈ ਤੇ ਉਸ ਤੋਂ ਬਾਅਦ ਉਹ ਬੱਚੇ ਨੂੰ ਪੈਦਾ ਕਰਦੀ ਹੈ, ਲੇਕਿਨ ਇੱਥੇ ਕਬੀਰ ਸਾਹਿਬ ਕਹਿੰਦੇ ਪੁੱਤਰ ਨੇ ਆਪਣੀ ਜਿਹੜੀ ਮਾਤਾ ਮਾਂ ਵਿਆਹ ਲੈਂਦੀ, ਭਾਵ ਇੱਥੇ ਪੁੱਤਰ ਕੌਣ ਹੈ ਜੀ, ਮਨ, ਤੇ ਸੁੱਤ ਕੌਣ ਹੈ ਜੀ, ਮਤਲਬ ਮਨ, ਤੇ ਉਹ ਮਾਇਆ ਨਾਲ ਪਿਆਰ ਪਾਈ ਬੈਠਾ, ਭਾਵ ਮਾਇਆ ਨਾਲ ਆਪਣਾ ਜਿਹੜਾ ਰਿਸ਼ਤਾ ਹੈ ਬਣਾਈ ਬੈਠਾ। ਇਹ ਰਾਹੋ ਦਾ ਬੰਦ ਹੈ। ਤੇ ਹੁਣ ਆਪਾਂ ਸ਼ੁਰੂ ਤੋਂ ਕਰਦੇ ਹਾਂ ਜੀ। ਜੋਏ ਭਾਵ ਇਸਤਰੀ, ਜੋਰੂ ਜੋਰਾ, ਇਹ ਆਮ ਗੁਰਬਾਣੀ ਦੇ ਵਿੱਚ ਸ਼ਬਦ ਵਰਤੇ ਗਏ ਆ। ਜੋਏ ਖਸਮ ਹੈ ਜਾਇਆ, ਭਾਵ ਇਹ ਇਸਤਰੀ ਨੇ ਆਪਣਾ ਜਿਹੜਾ ਖਸਮ ਹੈ, ਮਾਲਕ ਹੈ, ਉਸ ਨੂੰ ਜਨਮ ਦਿੱਤਾ, ਭਾਵ ਆਪ ਹੀ ਪੈਦਾ ਕਰ ਲਿਆ। ਜਿਵੇਂ ਦੁਨਿਆਵੀ ਰਿਸ਼ਤਾ ਹੁੰਦਾ ਹੈ, ਇਵੇਂ ਹੀ ਇਹ ਆਦਮੀ ਕੇਵਲ ਮਾਇਆ ਦਾ ਹੋ ਕੇ ਰਹਿ ਗਿਆ। ਪੂਤ ਬਾਪ ਖਿਲਾਇਆ, ਜਦੋਂ ਕਿ ਆਮ ਤੌਰ ਤੇ ਜਿਹੜਾ ਬਾਪ ਹੈ ਉਹ ਪੁੱਤਰ ਨੂੰ ਖਿਡਾਉਂਦਾ ਹੈ, ਲੋਰੀਆਂ ਦਿੰਦਾ ਹੈ, ਉਹਦਾ ਪਾਲਣ ਪੋਸ਼ਣ ਕਰਦਾ ਹੈ, ਲੇਕਿਨ ਇੱਥੇ ਜਿਹੜਾ ਪੂਤ ਹੈ ਉਹ ਮਨ ਨੇ ਇਸ ਜੋ ਬਾਪ ਹੈ ਉਹਨੂੰ ਖੇਡ ਦੇ ਵਿੱਚ ਲਾਇਆ ਹੋਇਆ, ਭਾਵ ਜਿਹੜਾ ਜੀਵ ਆਤਮਾ ਉਹਨੂੰ ਖੇਡ ਦੇ ਵਿੱਚ ਲਾ ਰੱਖਿਆ, ਉਹਦਾ ਮਨ ਪਰਚਾਵਾ ਕਰ ਰਿਹਾ ਇਹ ਮਨ। ਬਿਨ ਸਰਵਨਾ ਖੀਰ ਪਿਲਾਇਆ, ਤੇ ਆਮ ਤੌਰ ਤੇ ਸਰਵਨਾ ਤੋਂ ਭਾਵ ਹੈ ਵੀ ਜਿੱਥੋਂ ਦੁੱਧ ਟਪਕਦਾ ਹੋਵੇ, ਸਰਵਨ ਹੁੰਦਾ ਹੋਵੇ, ਤੇ ਇਹ ਜਿਹੜਾ ਮਨ ਹੈ ਇਹ ਇਸ ਜੀਵ ਆਤਮਾ ਨੂੰ ਇਸ ਤਰ੍ਹਾਂ ਲਾਲਚ ਦੇ ਵਿੱਚ ਲਾ ਰਿਹਾ ਹੈ ਜਿਵੇਂ ਥਣਾ ਤੋਂ ਬਿਨਾਂ ਕਿਸੇ ਨੂੰ ਦੁੱਧ ਪਿਲਾਇਆ ਜਾ ਰਿਹਾ ਹੋਵੇ, ਭਾਵ ਅਣਹੋਈ ਗੱਲ ਕਰ ਰਿਹਾ। ਅੱਗੇ ਹੈ ਜੀ ਰਾਹੋ ਦਾ ਬੰਦ ਆਪਾਂ ਵਿਚਾਰ ਲਿਆ। ਪੱਗਾਂ ਬਿਨ ਹੁਰੀਆ ਮਾਰਤਾ, ਜਿਵੇਂ ਇੱਕ ਛੋਟਾ ਜਿਹਾ ਬੱਚਾ ਕਹਿ ਲਓ, ਜਿਵੇਂ ਘਰਾਂ ਦੇ ਵਿੱਚ ਹੁੰਦਾ ਹੈ ਤੇ ਉਹ ਕਿੱਲੇ ਤੇ ਵੱਜਿਆ ਬੜੀਆਂ ਟਪੂਸੀਆਂ ਮਾਰਦਾ, ਤੇ ਸਾਡੇ ਮਨ ਦੀ ਹਾਲਤ ਵੀ ਕੁਝ ਇਹੋ ਜਿਹੀ ਆ। ਇਹ ਪੈਰਾਂ ਤੋਂ ਬਿਨਾਂ ਹੀ ਛਾਲਾਂ ਜਾਂ ਟਪੂਸੀਆਂ ਮਾਰਦਾ ਰਹਿੰਦਾ ਹੈ। ਸਾਡੇ ਮਨ ਦੀ ਹਾਲਤ ਬਿਲਕੁਲ ਉਸੇ ਤਰ੍ਹਾਂ ਹੀ ਹੈ। ਬਦਨੇ ਬਿਨ ਖਿਰਖਿਰਾਤਾ, ਇਹਦਾ ਮੂੰਹ ਵੀ ਕੋਈ ਨਹੀਂ, ਤੇ ਇਹ ਜਿਹੜਾ ਮਨ ਹੈ ਇਹ ਸਾਡੇ ਅੰਦਰ ਹੈ, ਤੇ ਇਸ ਕਰਕੇ ਲੇਕਿਨ ਅੰਦਰ ਬੈਠਾ ਹੀ ਖਿੜਖਿੜ ਹੱਸਦਾ ਰਹਿੰਦਾ ਹੈ। ਨਿੰਦਰਾ ਬਿਨ ਨਰ ਪੈ ਸੋਵੇ, ਇਹ ਗਫਲਤ ਦੀ ਮਾਇਆ ਦੀ ਨੀਂਦ ਵਿੱਚ ਜਾਗਦਾ ਹੋਇਆ ਵੀ ਸੁੱਤਾ ਹੈ, ਭਾਵ ਨੀਂਦ ਤੋਂ ਬਿਨਾਂ ਵੀ ਇਹ ਮਾਇਆ ਦੀ ਜੋ ਇਹਦੇ ਉੱਤੇ ਪ੍ਰਭਾਵ ਹੈ ਉਹਦੇ ਅਧੀਨ ਸੁੱਤਾ ਹੀ ਰਹਿੰਦਾ ਹੈ। ਤੇ ਬਿਨ ਬਾਸਨ ਖੀਰ ਬਲੋਵੇ, ਇਹਦੀ ਹਾਲਤ ਇਹ ਹੈ ਕਿ ਬਿਨਾਂ ਬਰਤਨ ਤੋਂ, ਜਿਵੇਂ ਇੱਕ ਮਟਕਾ ਮਟਕੀ ਦੇ ਵਿੱਚ ਦੁੱਧ ਰਿੜਕਿਆ ਜਾਂਦਾ ਹੈ, ਬਿਨ ਬਾਸਨ, ਬਾਸਨ ਮੈਨੇ ਬਰਤਨ, ਖੀਰ ਬਲੋਵੇ, ਜਿਹੜਾ ਦੁੱਧ ਨੂੰ ਰਿੜਕਦਾ ਹੈ, ਭਾਵ ਇਹ ਖਿਆਲੀ ਪੁਲਾਓ ਪਕਾਉਂਦਾ ਰਹਿੰਦਾ ਹੈ, ਅਣਹੋਈਆਂ ਗੱਲਾਂ ਕਰਦਾ ਰਹਿੰਦਾ ਹੈ। ਇਹ ਸਾਡੇ ਮਨ ਦੀ ਜਿਹੜੀ ਹਾਲਤ ਕੁਝ ਇਹੋ ਜਿਹੀ ਆ। ਬਿਨ ਅਸਥਨ ਗਊ ਲਵੇਰੀ, ਭਾਵ ਕਿ ਆਮ ਤੌਰ ਤੇ ਅਸੀਂ ਸਤਨ ਸ਼ਬਦ ਵਰਤਦੇ ਹਾਂ, ਸੱਸਾ ਤੱਤਾ ਨਨਾ ਸਤਨ, ਜਿਹਦਾ ਅਰਥ ਹੈ ਜੀ ਥਣ, ਪਰ ਇੱਥੇ ਕਿਉਂਕਿ ਥੋੜਾ ਜਿਹਾ ਫਰਕ ਨਾਲ ਸ਼ਬਦ ਵਰਤਿਆ ਗਿਆ, ਜਿਵੇਂ ਥਾਨ, ਸਥਾਨ, ਅਸਥਾਨ, ਕਈ ਸ਼ਬਦ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਵਰਤੇ ਹੋਏ ਆ। ਸੋ ਇਸ ਤਰ੍ਹਾਂ ਬਿਨ ਅਸਥਾਨ
ਬਿਨ ਥਣਾ ਤੋਂ ਗਊ ਲਵੇਰੀ ਆ। ਤੇ ਇਹ ਜਿਹੜਾ ਜੀਵ ਹੈ, ਜਿਵੇਂ ਅਸੀਂ ਲਵੇਰੇ ਪਸ਼ੂ ਦੀ ਸੇਵਾ ਕਰਦੇ ਹਾਂ ਤਾਂ ਕਿ ਉਹ ਤੋਂ ਦੁੱਧ ਲਵਾਂਗੇ, ਉਹਨੂੰ ਪਾਣੀ ਪਿਲਾਉਣੇ ਆ, ਨਹਾਉਣੇ ਆ, ਧੋਣੇ ਆ, ਉਹਨੂੰ ਪੱਠਾ, ਹਰਾ ਚਾਰਾ, ਦਾਣਾ ਵਗੈਰਾ ਖਿਲਾਉਣੇ ਆ। ਇਸ ਆਦਮੀ ਸਾਡੇ ਮਨ ਦੀ ਹਾਲਤ ਵੀ ਕੁਝ ਇਹੋ ਜਿਹੀ ਹੈ, ਇਹ ਮਾਇਆ ਨਾਲ ਪਿਆਰ ਪਾਈ ਬੈਠਾ ਵੀ ਸ਼ਾਇਦ ਮਾਇਆ ਤੋਂ ਮੈਨੂੰ ਇਹ ਕੁਝ ਪ੍ਰਾਪਤ ਹੋਵੇਗਾ। ਜਿਵੇਂ ਗਊ ਸਾਨੂੰ ਦੁੱਧ ਦਿੰਦੀ ਹੈ, ਪਰ ਕਿਉਂਕਿ ਗਊ ਦੇ ਕੋਈ ਥਣ ਨਹੀਂ, ਇਸ ਕਰਕੇ ਉਹ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਪਰ ਇਹ ਜਿਹੜਾ ਮਨ ਹੈ ਇਹ ਉਮੀਦ ਲਾਈ ਬੈਠਾ ਹੈ, ਬਿਨਾਂ ਥਾਣਾ ਵਾਲੀ ਗਾਂ ਤੋਂ ਦੁੱਧ ਦੀ ਉਮੀਦ ਲਾਈ ਬੈਠਾ। ਪੈਂਡੇ ਬਿਨ ਬਾਟ ਕਨੇਰੀ, ਇਹਨੂੰ ਇਹ ਵੀ ਨਹੀਂ ਪਤਾ ਮੇਰੀ ਮੰਜ਼ਿਲ ਕੀ ਹੈ, ਮੈਂ ਕਿਹੜੇ ਰਸਤੇ ਤੇ ਜਾਣਾ, ਮੈਂ ਕਿੱਥੇ ਪਹੁੰਚਣਾ। ਤੇ ਮਾਇਆ ਦੀ ਜੋ ਇਹਦੇ ਉੱਤੇ ਪ੍ਰਭਾਵ ਹੈ, ਉਹਦੀ ਨੀਂਦ ਵਿੱਚ ਸੁੱਤਾ ਹੋਇਆ ਹੈ। ਪੈਂਡੇ ਬਿਨ ਬਾਟ ਕਨੇਰੀ, ਭਾਵੇਂ ਦੀ ਜਿਹੜੀ ਮੰਜ਼ਿਲ ਹੈ ਪਰਮਾਤਮਾ ਨੂੰ ਮਿਲਣ ਦੀ, ਉਹ ਬੜੀ ਦੂਰ ਹੈ। ਇਹਨੂੰ ਆਪਣੀ ਮੰਜ਼ਿਲ ਦਾ ਵੀ ਨਹੀਂ ਪਤਾ ਮੈਂ ਕਿੱਥੇ ਜਾਣਾ ਹੈ। ਬਿਨ ਸਤਿਗੁਰ ਬਾਟ ਨਾ ਪਾਈ, ਸੱਚੇ ਗੁਰੂ ਤੋਂ ਬਿਨਾਂ ਜਿਹੜੀ ਮੰਜ਼ਿਲ ਹੈ ਉਹ ਕਦੇ ਵੀ ਪ੍ਰਾਪਤ ਨਹੀਂ ਹੁੰਦੀ, ਪਾਈ ਨਹੀਂ ਜਾ ਸਕਦੀ। ਦੁਨੀਆ ਤੇ ਗੁਰੂ ਤਾਂ ਬਹੁਤ ਹੈ, ਉਹਨਾਂ ਨੂੰ ਨਕਲੀ ਕਹੋ ਜਾਂ ਕੁਛ ਕਹੋ, ਪਰ ਇੱਥੇ ਸੱਚੇ ਗੁਰੂ ਦੀ ਗੱਲ ਹੈ। ਸੱਚੇ ਗੁਰੂ ਤੋਂ ਬਿਨਾਂ ਕਬੀਰ ਸਾਹਿਬ ਕਹਿੰਦੇ ਇਹ ਜਿਹੜੀ ਬਾਟ ਹੈ, ਮੰਜ਼ਿਲ ਹੈ, ਜਿਹੜਾ ਡੈਸਟੀਨੇਸ਼ਨ ਹੈ, ਇਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਹੋ ਕਬੀਰ ਸਮਝਾਈ, ਹੇ ਕਬੀਰ ਜੀ ਤੁਸੀਂ ਲੋਕਾਂ ਨੂੰ ਇਹ ਗੱਲ ਸਮਝਾਓ ਕਿ ਜੇ ਤੁਸੀਂ ਪਰਮਾਤਮਾ ਦੇ ਨਾਲ ਮਿਲਣਾ ਚਾਹੁੰਦੇ ਹੋ, ਆਪਣੀ ਜੀਵਨ ਰੂਪੀ ਮੰਜ਼ਿਲ ਪ੍ਰਾਪਤ ਕਰਨੀ ਚਾਹੁੰਦੇ ਹੋ, ਤਾਂ ਸੱਚੇ ਗੁਰੂ ਨੂੰ ਸਮਰਪਣ ਕਰਨਾ, ਸੱਚੇ ਗੁਰੂ ਦੇ ਅਧੀਨ ਹੋ ਕੇ ਚੱਲਣਾ, ਉਹਦੀ ਆਗਿਆ ਅਨੁਸਾਰ ਚੱਲਣਾ, ਆਪਣਾ ਜੀਵਨ ਬਤੀਤ ਕਰਨਾ ਹੀ ਇਸ ਜੀਵਨ ਦਾ ਲਕਸ਼ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਮਾਫ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ। ਵੀਰ ਜੀ ਨੇ ਜਿਹੜਾ ਇਹ ਸਵਾਲ ਹੈ, ਇਹ क्षमा ਕਰਨਾ ਸ਼ਬਦ ਹੈ, ਉਹਦੀ ਸਾਰੀ ਸੰਖੇਪ ਵਿਆਖਿਆ ਕਰਕੇ ਦੱਸੀ ਹੈ, ਕਿਉਂਕਿ ਕਬੀਰ ਸਾਹਿਬ ਜੀ ਦੇ ਸ਼ਬਦ ਬੜੇ ਡੂੰਘੇ ਭਾਵਾਂ ਹੁੰਦੇ ਨੇ, ਔਰ ਉਹਨਾਂ 'ਚ ਇੱਕ ਇਹ ਵੀ ਹੈ। ਸੋ ਜਿਨ੍ਹਾਂ ਦਾ ਸਵਾਲ ਹੈ, ਆਸ ਕਰਦਾ ਹਾਂ ਕਿ ਉਹਨਾਂ ਨੇ ਇਹਦਾ ਉੱਤਰ ਉਹਨਾਂ ਨੂੰ ਮਿਲ ਗਿਆ। ਉਂਝ ਸਾਨੂੰ ਇਸ ਸਵਾਲ ਤੋਂ ਬਾਅਦ ਜਾਂ ਇਹ ਸ਼ਬਦ ਸੁਣਨ ਤੋਂ ਬਾਅਦ ਮਨ 'ਚ ਖਿਆਲ ਆਉਣਾ ਚਾਹੀਦਾ ਹੈ ਕਿ ਸਾਡੀਆਂ ਕਲੇ ਕਲੇਸ਼ਾਂ ਦਾ ਕਾਰਨ ਇੱਕੋ ਹੀ ਹੈ ਕਿ ਅਸੀਂ ਮਨ ਦੇ ਮੁਰੀਦ ਹਾਂ। ਜਿਸ ਦਿਨ ਅਸੀਂ ਗੁਰੂ ਦੇ ਮੁਰੀਦ ਬਣ ਗਏ, ਗੁਰਬਾਣੀ ਅਨੁਸਾਰ ਚੱਲੇ, ਤਾਂ ਸਾਡੇ ਸਾਰੇ ਕਲੇਸ਼ ਖਤਮ ਹੋਣਗੇ, ਸਾਡਾ ਜੀਵਨ ਬੜਾ ਸਹਿਜਵਾਲ ਹੋਏਗਾ। ਪਰ ਅਫਸੋਸ ਅਸੀਂ ਮਨ ਦੇ ਮੁਰੀਦ ਜ਼ਿਆਦਾ ਹਾਂ। ਡਾਕਟਰ ਕਿਰਪਾਲ ਸਿੰਘ ਜੀ ਨੇ ਗਰੁੱਪ ਚੈਟ ਵਿੱਚ ਇੱਕ ਸਾਈਟ ਵੀ ਲਿਖੀ ਹੈ little6.com, ਇਹ ਨੋਟ ਕਰਨੀ ਚਾਹੀਦੀ ਹੈ ਜੀ ਕਿ ਉਹ ਹੁਣ ਤਾਂ ਪਿਛਲੇ 2 ਦਹਾਕਿਆਂ ਤੋਂ ਬਹੁਤ ਸਾਰੇ, ਅੱਗੇ ਹੁੰਦੇ ਸੀ ਰਿਸੋਰਸਿਸ ਬੜੇ ਘੱਟ ਹੁੰਦੇ ਸੀਗੇ, ਹੁਣ ਤਾਂ ਰਿਸੋਰਸਿਸ ਦਾ ਹੜ ਆਇਆ ਪਿਆ, ਸਿਰਫ ਲੋੜ ਹੈ ਇਹਨਾਂ ਨੂੰ ਵਰਤਣ ਦੀ। ਤੋ ਇਹਨਾਂ ਨੇ ਵੀ ਇੱਕ ਜਿਸ ਦਿੱਤੀ ਹੈ, ਮੈਂ ਬੇਨਤੀ ਕਰਾਂਗਾ ਕਿ ਇਹ ਨੋਟ ਕੀਤਾ ਜਾਏ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ sikh.com ਤੇ ਜਾਂ little6.com ਤੇ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ, ਉਹਨਾਂ 'ਚ ਬੜੀਆਂ ਅੱਛੀਆਂ ਛੋਟੀਆਂ ਹਲਕੀਆਂ ਉਹਨਾਂ ਨੇ ਬਣਾ ਕੇ ਪਾਈਆਂ ਨੇ, ਤੇ ਜਿਹੜੀਆਂ ਬੱਚਿਆਂ ਨੂੰ ਵੀ ਬੜਾ ਅਟਰੈਕਟ ਕਰਦੀਆਂ ਨੇ। ਤਾਂ ਲੋੜ ਹੈ ਇਹਨਾਂ ਰਿਸੋਰਸਿਸ ਨੂੰ ਵਰਤੀਏ ਤੇ ਆਪਣੇ ਬੱਚਿਆਂ ਨੂੰ, ਮੈਂ ਬਾਰ-ਬਾਰ ਜ਼ੋਰ ਜ਼ਿਆਦਾ ਦਿੰਦਾ, ਬੱਚਿਆਂ ਨੂੰ, ਜੇਕਰ ਬੱਚੇ ਗੁਰਬਾਣੀ ਲੱਗ ਜਾਣਗੇ ਤੇ ਆਉਣ ਵਾਲਾ ਜਿਹੜਾ ਸਮਾਂ ਉਹ ਅਸੀਂ ਬੜਾ ਸੌਖਾ ਕੱਟਾਂਗੇ। ਤੇ ਲੋੜ ਤੇ ਸਾਰਿਆਂ ਨੂੰ ਹੈ, ਪਰ ਇਸ ਵੇਲੇ ਪ੍ਰਾਇੋਰਟੀ ਜਿਹੜੀ ਹੈ ਉਹ ਸਾਨੂੰ ਆਉਣੀ ਜਿਹੜੀ ਯੰਗ ਜਨਰੇਸ਼ਨ ਹੈ ਉਹ 'ਤੇ ਦੇਣ ਦੀ ਲੋੜ ਹੈ। ਤੋ ਧੰਨਵਾਦ ਸਭ ਦਾ, ਵੀਰ ਜੀ ਆਪ ਫਿਕਰ ਸਿੰਘ ਜੀ ਦਾ ਆਪ ਜੀ ਦਾ ਧੰਨਵਾਦ ਹੈ। ਤੋ ਅਗਲਾ ਜਿਹੜਾ ਸਵਾਲ ਹੈ, ਇਹ ਸਤਜਿੰਦਰ ਸਿੰਘ ਜੀ ਨੂੰ ਮੈਂ ਬੇਨਤੀ ਕਰ ਰਿਹਾ ਕਿ ਸਵਾਲ ਪੁੱਛਣ ਵਾਲੇ ਨੇ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਆ ਕਿਸੇ ਨੂੰ ਹਾਰ ਪਾਇਆ ਜਾ ਸਕਦਾ? ਕਿਉਂਕਿ ਬਹੁਤ ਸਾਰੀਆਂ ਅਸੀਂ ਗੱਲਾਂ ਅੱਜ ਕੱਲ੍ਹ ਕਰੀ ਜਾ ਰਹੇ ਹਾਂ ਬਿਨਾਂ ਸੋਚੇ ਸਮਝੇ, ਤੇ ਪਤਾ ਨਹੀਂ ਪਿੱਛੇ ਉਹ ਸਾਡਾ ਪਰਪਸ ਕੀ ਹੁੰਦਾ ਹੈ, ਪ੍ਰਬੰਧਕਾਂ ਦਾ ਕੀ ਹੁੰਦਾ ਹੈ। ਤਾਂ ਉਹਨਾਂ 'ਚੋਂ ਇੱਕ ਇਹ ਵੀ ਬੜੀ ਅਹਿਮ ਗੱਲ ਹੈ ਜਿਹੜੀ ਸਾਨੂੰ ਸਵਾਲ ਕਰਤਾ ਨੇ ਪਾਈ ਹੈ। ਸਵਾਲ ਕਰਨ ਵਾਲੇ ਦਾ ਵੀ ਧੰਨਵਾਦ ਹੈ। ਵੀਰ ਤੇਜਿੰਦਰ ਸਿੰਘ ਜੀ, ਆਪ ਜੀ ਇਹਦਾ ਦੱਸੋ ਵੀ ਕਿਆ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਾਂ ਕਿਸੇ ਨੂੰ ਹਾਰ ਪਾ ਸਕਦੇ ਹਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਸਵਾਲ ਜਿਹੜਾ ਪੁੱਛਿਆ ਹੈ ਉਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਅੱਜ ਕੱਲ੍ਹ ਅਸੀਂ ਆਮ ਤੌਰ ਤੇ ਦੇਖਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਜਿਹੜਾ ਸੱਜਣ ਹੈ ਜਿਹਨੇ ਕੋਈ ਗੁਰਦੁਆਰੇ ਦੀ ਸੇਵਾ ਕੀਤੀ ਹੈ ਜਾਂ ਕੋਈ VIP ਗੁਰਦੁਆਰੇ ਆ ਜਾਂਦਾ ਹੈ, ਤੇ ਅਸੀਂ ਧੜਾ ਧੜ ਉਹਨਾਂ ਦੇ ਗਲਿਆਂ ਦੇ ਵਿੱਚ ਹਾਰ ਜਾਂ ਸਿਰੋਪਾਵ ਜਿਹੜਾ ਹੈ ਉਹ ਪਾਉਣਾ ਸ਼ੁਰੂ ਕਰ ਦਿੰਦੇ। ਤੋ ਜਿੱਥੇ ਤੱਕ ਸਿਰੋਪਾਵ ਦੀ ਗੱਲ ਹੈ ਉਹ ਅਲੱਗ ਵਿਸ਼ਾ ਹੈ, ਉਸਦੇ ਬਾਰੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਲੇਕਿਨ ਮੈਂ ਇੱਕ ਮੁੱਢਲੀ ਗੱਲ ਕਰਾਂ ਕਿ ਗੁਰਦੁਆਰਾ ਜੋ ਕਨਸੈਪਟ ਹੈ ਸਾਡਾ,
ਸਿੱਖ ਰਿਆਤ ਮਰਾਦਾ ਵਿੱਚ ਇਸ ਗੁਰਦੁਆਰੇ ਵਿੱਚ ਜੋ ਪ੍ਰੋਗਰਾਮ ਹੁੰਦੇ ਹਨ, ਦੀਵਾਨ ਸਜਦੇ ਹਨ, ਉਹਨਾਂ ਦੀਵਾਨ ਸਜਾਉਣ ਦੀ ਵੀ ਵਿਧੀ ਜਿਹੜੀ ਹੈ ਉਹ ਦੱਸੀ ਗਈ ਹੈ। ਔਰ ਇਹ ਦੇ ਵਿਧੀ ਦੇ ਵਿੱਚੋਂ ਸਭ ਤੋਂ ਖੁੱਲ ਕੇ ਗੱਲ ਇਹ ਸਾਹਮਣੇ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਉਸ ਦਰਬਾਰ ਦੇ ਵਿੱਚ ਜਿਹੜੇ ਹਨ ਸੁਪਰੀਮ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੋਂ ਬਿਨਾਂ ਜਿਹੜਾ ਹੈ ਉਹ ਦੀਵਾਨ ਨਹੀਂ ਸਜ ਸਕਦਾ। ਤੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜਿਹੜੇ ਹਨ ਉਹ ਸਾਡੇ ਸਭ ਤੋਂ ਜਿਹੜੇ ਸਤਿਕਾਰਯੋਗ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ। ਤੋ ਅਸੀਂ ਉਹਨਾਂ ਦੇ ਸਾਹਮਣੇ ਕਿਸੇ ਹੋਰ ਬੰਦੇ ਦਾ ਅਸੀਂ ਸਤਿਕਾਰ ਕਰੀਏ, ਉਹਦੇ ਗਲੇ 'ਚ ਹਾਰ ਪਾਈਏ, ਇਹ ਇੱਕ ਬੜੀ ਅਣਹੋਣੀ ਜਿਹੀ ਗੱਲ ਹੈ। ਉਹ ਇਹ ਸਮਝੀ ਜਾਏ ਵੀ ਕੋਈ ਰਾਜਾ ਤਖਤ ਦੇ ਉੱਪਰ ਬੈਠਾ ਹੋਵੇ ਤੇ ਉਹਦੇ ਸਾਹਮਣੇ ਅਸੀਂ ਕਿਸੇ ਅਹਿਲਕਾਰ ਨੂੰ ਬੁਲਾ ਕਰਕੇ ਉਹਨੂੰ ਅਸੀਂ ਉਹਦੇ ਗਲੇ 'ਚ ਹਾਰ ਪਾਉਣਾ ਸ਼ੁਰੂ ਕਰ ਦਈਏ, ਤੇ ਇਹ ਗੱਲ ਗਲਤ ਹੈ। ਸਤਿਕਾਰ ਜਿਹੜਾ ਹੈ ਜਿਵੇਂ ਰਾਜੇ ਦਾ ਹੁੰਦਾ ਹੈ, ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹ ਸਾਡੇ ਸਭ ਤੋਂ ਸੁਪਰੀਮ ਹਨ। ਇਸ ਕਰਕੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਸਾਡਾ ਕੋਈ ਵੀ ਹੱਕ ਨਹੀਂ ਬਣਦਾ ਵੀ ਅਸੀਂ ਕਿਸੇ ਹੋਰ ਬੰਦੇ ਨੂੰ ਬੁਲਾ ਕਰਕੇ, ਉਹ ਭਾਵੇਂ ਉਸਨੇ ਕੋਈ ਵੀ ਗੁਰਦੁਆਰੇ ਦੀ ਸੇਵਾ ਕੀਤੀ ਹੋਵੇ, ਜੋ ਵੀ ਕੀਤਾ ਹੋਵੇ, ਲੇਕਿਨ ਉਹਨੂੰ ਉਹਦੀ ਜਿਹੜੀ ਸਾਈਟੇਸ਼ਨ ਬੋਲੀ ਜਾ ਸਕਦੀ ਹੈ ਮਾਈਕ ਦੇ ਉੱਪਰ ਕਿ ਇਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਤੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਇਹਨਾਂ ਨੂੰ ਹੋਰ ਸੇਵਾ ਕਰਨ ਦਾ ਬਲ ਬਖਸ਼ੇ। ਲੇਕਿਨ ਹਾਰ ਲਿਆ ਕਰਕੇ ਸਪੈਸ਼ਲੀ ਉਸ ਮਨੁੱਖ ਦੇ ਗਲ ਵਿੱਚ ਪਾਉਣੇ, ਤੇ ਜੇ ਕੋਈ VIP ਆ ਜਾਂਦਾ ਹੈ ਤੇ ਉਹਦੇ ਗਲ ਵਿੱਚ ਪ੍ਰਧਾਨ ਸਾਹਿਬ ਹਾਰ ਪਾਉਣਗੇ, ਜੀ ਹੁਣ ਸਕੱਤਰ ਸਾਹਿਬ ਪਾਉਣਗੇ, ਜੀ ਹੁਣ ਖਜ਼ਾਨਚੀ ਪਾਉਣਗੇ, ਜਾਂ ਹੁਣ ਇਸਤਰੀ ਸਾਸੰਗ ਦੀ ਬੀਬੀ ਆ ਕੇ ਪਾਏਗੀ, ਤੇ ਹੁਣ ਇਸ ਤਰ੍ਹਾਂ ਇੱਕ ਤਰੀਕੇ ਨਾਲ ਜਿਹੜਾ ਹੈ ਉਹ ਅਸੀਂ ਉਹਦਾ ਗਲਾ ਹੀ ਜਿਹੜੇ ਹਾਂ ਉਹ ਹਾਰਾਂ ਦੇ ਨਾਲ ਅਸੀਂ ਭਰ ਦਿੰਦੇ ਹਾਂ, ਤੇ ਫਿਰ ਉਹ ਉਤਾਰ ਕੇ ਉਹਦੀ ਕੋਈ ਅਹਿਮੀਅਤ ਨਹੀਂ ਹੁੰਦੀ, ਉਹ ਫਟਾਫਟ ਫੜਾਈ ਜਾਂਦੇ ਹਨ, ਅੱਗੇ ਫੜਾਈ ਜਾਂਦੇ ਹਨ। ਉਹ ਅਸੀਂ ਆਮ ਤੌਰ ਤੇ ਚੀਜ਼ਾਂ ਅਸੀਂ ਮੀਡੀਆ ਵਿੱਚ ਵੀ ਦੇਖਦੇ ਹਾਂ ਔਰ ਸਾਡੇ ਗੁਰਦੁਆਰਿਆਂ ਵਿੱਚ ਵੀ ਇਹ ਆਮ ਹੋ ਗਿਆ ਹੈ। ਤਾਂ ਮੈਂ ਇਹੀ ਬੇਨਤੀ ਕਰਨਾ ਚਾਹਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮਾਨ ਸਤਿਕਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਹੋ ਸਕਦਾ ਹੈ, ਉਹ ਵੀ ਹਾਰਾਂ ਨਾਲ ਨਹੀਂ। ਉਹਦੇ ਤੇ ਅਸੀਂ ਅੱਛੇ ਸੋਹਣੇ ਸਾਫ਼ ਜਿਹੜੇ ਹਨ ਉਹ ਰੁਮਾਲੇ ਚੜਾਈਏ, ਤੇ ਬਹੁਤੇ ਕੀਮਤੀ ਰੁਮਾਲੇ ਜਿਹੜੇ ਹਨ ਚੜਾਣੇ, ਉਹ ਵੀ ਇੱਕ ਸਾਡੀ ਆਪਣੀ ਜਿਹੜੀ ਹੈ ਉਹ ਮਨ ਦੀ ਜਿਹੜੀ ਹੈ ਉਹ ਲਾਲਸਾ ਹੁੰਦੀ ਹੈ ਕਿ ਇਹ ਮੇਰੇ ਵੱਲੋਂ ਚੜਾਇਆ ਗਿਆ, ਉਹ ਇੱਕ ਹੰਕਾਰ ਦਾ ਕਾਰਨ ਬਣ ਜਾਂਦਾ। ਤੇ ਜੇ ਕੋਈ ਮਾਮੂਲੀ ਜਾਂ ਮੇਰੇ ਵਰਗਾ ਬੰਦਾ ਕੋਈ ਆਰਡੀਨਰੀ ਜਾਂ ਰੁਮਾਲਾ ਲੈ ਗਿਆ ਤੇ ਉਹਨੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅਗਲੇ ਟੱਚ ਵੀ ਨਹੀਂ ਕਰਦੇ, ਤੇ ਉਹ ਸਾਈਡ ਦੇ ਉੱਪਰ ਉਹਨੂੰ ਫਟਾਫਟ ਪੈਕ ਕਰਕੇ ਰੱਖ ਦਿੰਦਾ। ਤੋਂ ਕਹਿਣ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵੀ ਜਿਹੜਾ ਹੈ ਉਹ ਸਭ ਤੋਂ ਵੱਡਾ ਸਤਿਕਾਰ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਮਨ ਵਿੱਚ ਧਾਰਨ ਕਰੀਏ, ਔਰ ਜੋ ਗੁਰਬਾਣੀ ਦਾ ਉਪਦੇਸ਼ ਹੈ ਉਸ ਨੂੰ ਬੇਸ ਬਣਾ ਕਰਕੇ ਆਪਣੀ ਜਿਹੜੀ ਹੈ ਜੀਵਨ ਨੂੰ ਉਸ ਦੇ ਅਨੁਸਾਰ ਢਾਲੀਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਤੇ ਗੁਰਬਾਣੀ ਅਨੁਸਾਰ ਅਸੀਂ ਆਪਣਾ ਜੀਵਨ ਬਣਾਉਣਾ ਹੈ। ਤੇ ਭਾਵੇਂ ਕੋਈ ਵੀ ਕਿੰਨੀ ਵੀ ਵੱਡੀ ਸੇਵਾ ਕੀਤੀ ਹੋਵੇ, ਉਹ ਵੀ ਗੁਰੂ ਦੇ ਸਾਹਮਣੇ ਇੱਕ ਸੇਵਕ ਹੈ, ਤੇ ਉਸ ਸੇਵਕ ਦਾ ਜਿਹੜਾ ਹੈ ਉਹਨੂੰ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਹੈ। ਗੁਰੂ ਸਾਹਿਬ ਨੇ ਉਸ ਦਾ ਸਤਿਕਾਰ ਜਿਹੜਾ ਹੈ ਉਹ ਅਸੀਂ ਪ੍ਰਬੰਧਕ ਜਾਂ ਕੋਈ ਵੀ ਜਿਹੜੇ ਹਨ ਉਹ ਗੁਰੂ ਸਾਹਿਬ ਦੇ ਪੀੜੇ ਨੂੰ ਛੁਆ ਕੇ ਸਿਹਰਾ ਜਾਂ ਕੋਈ ਹੋਰ ਚੀਜ਼ ਅਸੀਂ ਦਿੰਦੇ ਹਾਂ, ਉਹ ਜਿਹੜੀ ਵਾਜਬ ਨਹੀਂ ਹੈ। ਜਿੱਥੇ ਤੱਕ ਸਿਰੋਪਾ ਹੈ, ਸਿਰੋਪਾ ਵੀ ਆਪਣੇ ਆਪ ਦੇ ਵਿੱਚ ਜਿਹਨੇ ਕੋਈ ਪੰਥ ਵਾਸਤੇ ਬਹੁਤ ਵੱਡਾ ਕੰਮ ਕੀਤਾ ਹੋਵੇ, ਬਹੁਤ ਵੱਡੀ ਕੁਰਬਾਨੀ ਕੀਤੀ ਹੋਵੇ, ਉਸ ਨੂੰ ਸਿਰੋਪਾ ਗੁਰੂ ਦਰਬਾਰ ਵੱਲੋਂ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਜਾ ਸਕਦਾ ਹੈ। ਲੇਕਿਨ ਉਹਦੇ ਵਾਸਤੇ ਵੀ ਬੜੀ ਸਿਲੈਕਸ਼ਨ ਦੀ ਜ਼ਰੂਰਤ ਹੈ, ਉਹਦੇ ਪਿਛੋਕੜ ਦੇਖਣ ਦੀ ਲੋੜ ਹੈ ਕਿ ਉਹਨੇ ਕੀ ਸੇਵਾ ਕੀਤੀ ਹੈ। ਤੋ ਇਹ ਮੈਂ ਐਡੀਸ਼ਨਲ ਗੱਲ ਆਪ ਜੀ ਨਾਲ ਕੀਤੀ ਹੈ। ਬੇਸਿਕ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਅਸੀਂ ਕਿਸੇ ਵਿਅਕਤੀ ਨੂੰ, ਆਮ ਨਾ ਵਿਸ਼ੇਸ਼ ਨੂੰ ਅਸੀਂ ਗਲ ਵਿੱਚ ਹਾਰ ਪਾ ਕੇ ਉਸ ਨੂੰ ਨਹੀਂ ਸਤਿਕਾਰ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਦੱਸਿਆ, ਇਹ ਸਾਡੀ ਬੜੀ ਵੱਡੀ ਕਮਜ਼ੋਰੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਸਾਨੂੰ ਅਗਰ ਅਸੀਂ ਤੇ ਗੱਲ ਹੈ ਜੇ ਸਾਡਾ ਧਿਆਨ ਗੁਰਬਾਣੀ ਜੁੜਿਆ ਹੋਵੇ, ਕਥਾ ਕੀਰਤਨ ਜੁੜਿਆ ਹੋਵੇ, ਤੇ ਇਸ ਪਾਸੇ ਧਿਆਨ ਜਾਵੇਗਾ। ਅਸਲ ਵਿੱਚ ਖਾਸ ਕਰਕੇ ਮੈਨੂੰ ਖਿਮਾ ਕਰਨਾ, ਬਹੁਤ ਸਾਰੇ ਜਿਹੜੇ ਪ੍ਰਬੰਧਕ ਨੇ ਉਹ ਆਪਣੇ ਪਰਸਨਲ ਮਫਾਦ ਲਈ, ਪਰਸਨਲ ਫਾਇਦਿਆਂ ਲਈ VIPs ਨੂੰ ਬੁਲਾਉਂਦੇ ਨੇ। ਉੱਥੇ ਉਹਨਾਂ ਦਾ ਇਹ ਸੋ ਕਾਲ ਸਤਿਕਾਰ ਕੀਤਾ ਜਾਂਦਾ, ਕਿਸ ਕਰਕੇ? ਕਿਉਂਕਿ ਉਹਨਾਂ ਕੋਲ ਕੋਈ ਨਾ ਕੋਈ ਕੰਮ ਕਢਵਾਉਣਾ। ਮੈਨੂੰ ਕਈ ਐਸੇ ਸਥਾਨ ਯਾਦ ਨੇ ਜਿੱਥੇ ਬਕਾਇਦਾ ਹਰ ਗੁਰਪੁਰਬ ਤੇ ਉੱਥੇ ਦਾ ਜਿਹੜਾ ਕੋਈ ਚੀਫ ਐਡਮਿਨਿਸਟ੍ਰੇਟਰ ਹੈ ਉਸ ਸ਼ਹਿਰ ਦਾ, ਜਾਂ ਕੋਈ ਪੁਲਿਸ ਦਾ ਹੈੱਡ ਹੈ, ਉਹਨਾਂ ਨੂੰ ਬੁਲਾਇਆ ਜਾਂਦਾ। ਸਮਝ ਨਹੀਂ ਆਉਂਦੀ ਵੀ ਇਹ ਕਾਰਨ ਕੀ ਹੈ, ਵੀ ਕਿਉਂ ਕੀਤਾ, ਪਰ ਇੱਕੋ ਹੀ ਉਹਦੇ 'ਚ ਕਾਰਨ ਇਹ ਹੈ ਕਿ ਸਾਨੂੰ ਬੇਸਿਕ ਸਾਫ ਸਿੱਖੀ ਨਹੀਂ ਪਤਾ। ਲੋੜ ਹੈ ਬੇਸਿਕ ਸਾਫ ਸਿੱਖੀ ਸਿੱਖੀਏ ਤੇ ਬਾਕੀ ਸਿਖਾਈਏ, ਤੇ ਫਿਰ ਇਹ ਗੱਲਾਂ ਜਿਹੜੀਆਂ ਨਹੀਂ ਆਉਣਗੀਆਂ। ਵਰਨਾ ਅਸੀਂ ਇਹ ਫਜ਼ੂਲ ਦੀਆਂ ਰਸਮਾਂ ਵਿੱਚ ਪੈ ਕੇ
ਜਿੱਥੇ ਆਪਣਾ ਸਮਾਂ ਵੇਸਟ ਕਰ ਰਹੇ ਹਾਂ, ਉੱਥੇ ਸੰਗਤ ਜਿਸ ਵੇਲੇ ਜੁੜੀ ਹੁੰਦੀ ਹੈ ਤੇ ਸੰਗਤ ਕੋਈ ਹਾਰ ਦੇਖਣ ਲਈ ਥੋੜਾ ਆਈ ਹੈ ਵੀ ਕਿਹਨੂੰ ਪਾਇਆ। ਸੰਗਤ ਆਈ ਕਥਾ ਕੀਰਤਨ ਸੁਣਨ, ਤੇ ਤੁਸੀਂ ਉਹਦੇ ਚ ਤਾਰੀਫਾਂ ਦੇ ਪੁੱਲ ਬੰਨ੍ਹਣ 'ਚ ਸਮਾਂ ਬਰਬਾਦ ਕਰਦੇ ਹੋ। ਸੋ ਕਾਲ ਜਿਹੜਾ ਵੀ ਮਤਲਬ ਬਿਨਾਂ ਲੋੜ ਤੋਂ ਲੋਕਾਂ ਨੂੰ ਸਰੋਪੇ ਦੇਈ ਜਾਣੇ, ਗਲਾਂ 'ਚ ਹਾਰ ਪਾਈ ਜਾਣੇ, ਇਹ ਅਸਲ ਚੰਗੀ ਗੱਲ ਨਹੀਂ ਹੈ। ਐਡਾ ਵਧੀਆ ਜਿਹੜਾ ਸਾਡਾ ਗੁਰੂ ਨਾਨਕ ਦਾ ਮੱਤ ਹੈ, ਅਸੀਂ ਕਿੱਧਰ ਜਾ ਰਹੇ ਹਾਂ, ਕੇਵਲ ਸੋਚ ਕੇ ਮਨ 'ਚ ਬੜਾ ਹੀ ਜ਼ਿਆਦਾ ਅਫਸੋਸ ਆਉਂਦਾ ਹੈ। ਤੋ ਆਓ ਸਾਧ ਸੰਗਤ ਅਸੀਂ ਆਪਣਾ ਸਿਰ ਜੋੜ ਕੇ ਇਹਦੇ ਬਾਰੇ ਵਿਚਾਰ ਕਰੀਏ ਵੀ ਕਿੱਧਰ ਗੁਰੂ ਸਾਹਿਬ ਨੇ ਸਾਨੂੰ ਤੋਰਿਆ ਸੀ, ਅਸੀਂ ਕਿੱਧਰ ਤੁਰ ਪਏ ਹਾਂ। ਆਓ ਇਹਨਾਂ ਜਿਹੜੀਆਂ ਫਾਰਮੈਲਿਟੀਜ਼ ਨੇ ਇਹਨਾਂ ਤੋਂ ਅਸੀਂ ਉਤਾਂਹ ਉੱਠੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਤੇ ਇੱਕ ਦਵਿੰਦਰ ਸਿੰਘ ਜੀ ਨੇ ਪਾਇਆ ਕੁਐਸਚਨ, ਗਰੁੱਪ ਚੈਟ ਵਿੱਚ ਪਾਇਆ ਸਵਾਲ ਵੀ ਜਿਸ ਵੇਲੇ ਬੱਚੇ ਦੀ ਆਨੰਦ ਕਾਰਜ ਹੁੰਦਾ ਹੈ, ਆਇਆ ਉਹਨਾਂ ਦੇ ਗਲਾਂ 'ਚ ਗਾਰਲੈਂਡ ਹਾਰ ਪਾਇਆ ਜਾਂਦਾ ਹੈ। ਮੈਂ ਬੇਨਤੀ ਕਰਦੇ ਹਾਂ ਬਈ ਜਿਵੇਂ ਹੁਣੇ ਵੀਰ ਜੀ ਤਜਿੰਦਰ ਸਿੰਘ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਉੱਤੇ ਕੋਈ ਵੀ ਨਹੀਂ ਹੈ, ਗੁਰੂ ਤੋਂ ਉੱਤੇ ਤੇ ਕੋਈ ਵੀ ਨਹੀਂ। ਤੇ ਜੇ ਕਿਸੇ ਦੀ ਤੁਸੀਂ ਕੋਈ ਇਹੋ ਜਿਹੀ ਹੋਰ ਕੋਈ ਉਹਦਾ ਵੈਲਕਮ ਕਰਨਾ ਹੈ ਤੇ ਬਾਹਰ ਜਾ ਕੇ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਨੂੰ ਭਾਵੇਂ ਉਹ ਬ੍ਰਾਈਡਗਰੂਮ ਹੋਣ ਜਾਂ ਕੋਈ ਲੀਡਰ ਹੋਵੇ, ਗੱਲ ਤੇ ਇੱਕ ਬੇਸਿਕ ਇਹ ਹੈ ਕਿ ਗਾਰਲੈਂਡਿੰਗ ਜਿਹੜੀ ਹੈ ਗੁਰੂ ਦੀ ਹਜ਼ੂਰੀ ਵਿੱਚ ਕਿਸੇ ਮਨੁੱਖ ਨੂੰ ਨਹੀਂ ਕਰਨੀ ਚਾਹੀਦੀ। ਇਹ ਅਸੀਂ ਫਾਰਮੈਲਿਟੀਆਂ ਬਣਾਈਆਂ ਨੇ ਤੇ ਜਿਹੜੀਆਂ ਜਿਵੇਂ ਵੀਰ ਜੀ ਨੇ ਦੱਸਿਆ ਕਿ ਸਿਰਫ ਇਹ ਨਹੀਂ, ਉਹ ਬਕਾਇਦਾ ਜਿਹੜਾ ਪੀੜਾ ਹੁੰਦਾ ਹੈ ਉਹਨੂੰ ਛੁਆ ਕੇ ਇਹ ਕਰਕੇ ਤੇ ਫਿਰ ਦਿੱਤਾ ਜਾਂਦਾ ਹੈ। ਉਹਦੀ ਮੈਨੂੰ ਆਪ ਨਹੀਂ ਸਮਝ ਆਈ, ਪਰ ਦੇਖਣਾ ਪੈਂਦਾ ਹੈ ਕਿਉਂਕਿ ਸੰਗਤ 'ਚ ਬੈਠੇ ਹੋਈ ਦਾ। ਤੇ ਇਸ ਕਰਕੇ ਸਾਓ ਆਪਾਂ ਇਹਨਾਂ ਗੱਲਾਂ ਤੋਂ ਉੱਤੇ ਉੱਠੀਏ। ਲੋੜ ਤੇ ਹੈਗੀ ਹੈ ਆਪਣੇ ਮਨ ਨੂੰ ਨਿਰਮਲ ਕਰਨ ਦੀ, ਗੁਰਬਾਣੀ ਨਾਲ ਧੋਣ ਦੀ, ਆਪਣੇ ਮਨ ਦੇ ਪਾਪ ਵਿਕਾਰ ਕਮਜ਼ੋਰੀਆਂ ਕੱਢ ਕੇ ਮਨ ਨੂੰ ਤਗੜਾ ਕਰੀਏ ਤੇ ਤਗੜੇ ਮਨ ਨਾਲ ਤਗੜੇ ਕੰਮ ਕਰੀਏ ਸੰਸਾਰ ਵਿੱਚ, ਆਪਣੇ ਜੀਵਨ ਵਿੱਚ। ਇਹ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਨੇ, ਇਹਨਾਂ ਜਿਹੜੀਆਂ ਨੇ ਇਹ ਕਰਨ ਨੂੰ ਬਾਹਰ ਸ਼ੱਕ ਕੀਤਾ ਜਾਏ ਤੇ ਆਪਣੀ ਤੁਹਾਡੀ ਖੁਸ਼ੀ ਹੈ, ਪਰ ਗੁਰਦੁਆਰਾ ਸਾਹਿਬ ਦੇ ਵਿੱਚ ਮਰਿਆਦਾ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਤੇ ਤਜਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੋ ਸੰਗਤ ਜੀ ਅਗਲਾ ਜਿਹੜਾ ਸਾਡੇ ਕੋਲ ਸਵਾਲ ਹੈ ਉਹ ਭੈਣ ਸਤਨਾਮ ਕੌਰ ਜੀ ਨੇ ਭੇਜਿਆ ਹੈ ਤੇ ਉਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੀ ਪੰਨਾ 870 ਤੇ, ਪੰਜ ਤਤ ਮਿਲਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ, ਕਰਮ ਬਦ ਤੁਮ ਜਿਉ ਕਹਿਤ ਹੋ, ਕਰਮੈ ਕਿਨ ਜਿਉ ਦੀਨ ਰੇ। ਉਹ ਕਹਿੰਦੇ ਨੇ ਇਹਦਾ ਪੰਕਤੀ ਦੀ ਵਿਆਖਿਆ ਉਹਨਾਂ ਨੇ ਪੁੱਛੀ ਹੈ ਭੈਣ ਸਤਨਾਮ ਕੌਰ ਜੀ ਨੇ। MP ਸਿੰਘ ਜੀ ਕਿਰਪਾ ਕਰਨਗੇ ਇਹਦੇ ਬਾਰੇ ਸਾਨੂੰ ਇਸ ਸ਼ਬਦ ਦੀ ਵਿਆਖਿਆ ਦੱਸਣਗੇ ਸੰਖੇਪ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਸ਼ਬਦ ਵਿੱਚੋਂ ਪੰਕਤੀ ਲਈ ਗਈ ਹੈ ਉਹ ਆਪ ਜੀ ਦੇ ਸਾਹਮਣੇ ਸਕਰੀਨ ਤੇ ਸ਼ੋ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 870 ਦੇ ਉੱਪਰ ਰਾਗ ਗੋਂਡ ਦੇ ਵਿੱਚ ਭਗਤ ਕਬੀਰ ਜੀ ਦਾ ਉਚਾਰਿਆ ਹੋਇਆ ਸ਼ਬਦ ਹੈ। ਜਿਵੇਂ ਅਸੀਂ ਹਮੇਸ਼ਾ ਹੀ ਕਿਸੇ ਵੀ ਪੰਕਤੀ ਦੇ ਅਰਥ ਸਮਝਣੇ ਹੁੰਦੇ ਹਨ ਤਾਂ ਪਹਿਲਾਂ ਉਸ ਸ਼ਬਦ ਦੇ ਰਹਾਉ ਦੇ ਭਾਵ ਅਰਥ ਨੂੰ ਸਮਝ ਲਈਦਾ ਹੈ ਤੇ ਫਿਰ ਉਸਦੇ ਬਾਕੀ ਪੰਕਤੀਆਂ ਦੀ ਵਿਚਾਰ ਕਰੀਦੀ ਹੈ। ਤਾਂ ਇਹ ਸ਼ਬਦ ਸ਼ੁਰੂ ਤੋਂ ਹੁੰਦਾ ਹੈ, ਆਕਾਸ਼ ਗगन ਪਾਤਾਲ ਗगन ਹੈ, ਚੌ ਦਿਸ ਗगन ਰਹਾਇਲੇ, ਆਨੰਦ ਮੂਲ ਸਦਾ ਪੁਰਖੋਤਮ, ਘਟ ਬਿਨਸੈ ਗगन ਨਾ ਜਾਇਲੇ। ਤੇ ਰਾਹੋ ਦਾ ਬੰਦ ਹੈ, ਮੋਹੇ ਬੈਰਾਗ ਭਇਓ, ਇਹ ਜਿਉ ਆਏ ਕਹਾਂ ਗਇਓ। ਇਹ ਰਾਹੋ ਹੈ। ਤੇ ਇਸ ਤੋਂ ਅੱਗੇ ਫਿਰ ਦੂਸਰਾ ਪਦਾ ਹੈ ਜਿਹਦੇ ਬਾਰੇ ਸਵਾਲ ਆਇਆ ਹੈ ਕਿ ਪੰਜ ਤਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ, ਕਰਮ ਬਦ ਤੁਮ ਜਿਉ ਕਹਿਤ ਹੋ, ਕਰਮੈ ਕਿਨ ਜਿਉ ਦੀਨ ਰੇ। ਆਓ ਪਹਿਲਾਂ ਰਾਹੋ ਦੇ ਬੰਦ ਨੂੰ ਸਮਝੀਏ। ਕਬੀਰ ਜੀ ਕਹਿੰਦੇ ਹਨ, ਮੋਹੇ ਬੈਰਾਗ ਭਇਓ, ਇਹ ਜਿਉ ਆਏ ਕਹਾਂ ਗਇਓ। ਬੈਰਾਗ ਦਾ ਭਾਵ ਆਮ ਤੌਰ ਤੇ ਜੋ ਹੁੰਦਾ ਹੈ ਉਹ ਉਪਰਾਮਤਾ, ਉਦਾਸੀਨਤਾ, ਕਿਸੇ ਚੀਜ਼ ਤੋਂ ਡਿਟੈਚ ਹੋ ਜਾਣਾ। ਤਾਂ ਕਬੀਰ ਜੀ ਕਹਿੰਦੇ ਹਨ ਕਿ ਮੈਨੂੰ ਤਾਂ ਦੁਨੀਆ ਦੇ ਹਾਲਾਤ ਦੇਖ ਕੇ ਮੇਰੇ ਮਨ 'ਚ ਬੈਰਾਗ ਪੈਦਾ ਹੋ ਰਿਹਾ ਹੈ ਤੇ ਦੁਨਿਆਵੀ ਗੱਲਾਂ ਵੱਲੋਂ ਮੇਰੇ ਅੰਦਰ ਤੇ ਉਪਰਾਮਤਾ ਪੈਦਾ ਹੋ ਰਹੀ ਹੈ, ਕਿਉਂਕਿ ਮੈਨੂੰ ਇਹ ਗੱਲਾਂ ਫਜ਼ੂਲ ਲੱਗਦੀਆਂ ਨੇ। ਜਿਵੇਂ ਹੁਣੇ ਆਪਾਂ ਪਿਛਲੇ ਸਵਾਲਾਂ 'ਚ ਵੀ ਸੁਣ ਰਹੇ ਸੀਗੇ ਕਿ ਬਈ ਗੁਰਦੁਆਰਾ ਸਾਹਿਬ ਦੇ ਅੰਦਰ ਕਿਹੜੀਆਂ ਫਜ਼ੂਲ ਦੀਆਂ ਗੱਲਾਂ ਹੁੰਦੀਆਂ ਨੇ। ਕੋਈ ਹਾਰ ਪਾਏ ਜਾ ਰਹੇ ਨੇ, ਕੁਝ ਸਰੋਪੇ ਦਿੱਤੇ ਜਾ ਰਹੇ ਨੇ, ਜਿਨ੍ਹਾਂ ਦਾ ਗੁਰਦੁਆਰੇ ਦੀ ਜੋ ਅਸਲ ਹਸਤੀ ਜਿਸ ਵਜ੍ਹਾ ਕਰਕੇ ਗੁਰਦੁਆਰੇ ਬਣਾਏ ਗਏ ਉਹਨਾਂ ਚੀਜ਼ਾਂ ਦੇ ਨਾਲ ਉਹਦਾ ਕੋਈ ਸੰਬੰਧ ਹੈ ਨਹੀਂ। ਪਰ ਦੁਨੀਆ ਦੇ ਵਿੱਚ ਇਹ ਆਮ ਇਨਸਾਨੀ ਬਿਰਤੀ ਹੈ ਕਿ ਬਈ ਉਹ ਫਜ਼ੂਲ ਦੇ ਕੰਮ ਵੀ ਕਰਦਾ ਹੀ ਕਰਦਾ ਹੈ। ਤਾਂ ਕਬੀਰ ਜੀ ਆਪਣੇ ਆਲੇ ਦੁਆਲੇ ਦੇਖਦੇ ਨੇ ਕਿ ਬਈ ਜਿਸ ਮਕਸਦ ਵਾਸਤੇ ਪ੍ਰਭੂ ਨੇ ਇਨਸਾਨ ਇਸ ਦੁਨੀਆ 'ਚ ਭੇਜਿਆ ਹੈ, ਇਨਸਾਨ ਉਸ ਕੰਮ 'ਚ ਨਾ ਲੱਗ ਕੇ ਕਈ ਵੇਲੇ ਫਜ਼ੂਲ ਦੇ ਕੰਮਾਂ 'ਚ ਖਚਤ ਰਹਿੰਦਾ ਹੈ
ਤੇ ਉਹਨਾਂ ਗੱਲਾਂ ਵਿੱਚ ਉਹ ਸਾਰਾ ਆਪਣਾ ਜ਼ਿੰਦਗੀ ਦਾ ਜ਼ੋਰ ਲਾ ਦਿੰਦਾ ਹੈ ਜਿਹੜੀਆਂ ਗੱਲਾਂ ਉਹਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਕਿਸੇ ਤਰ੍ਹਾਂ ਵੀ ਸਹਾਈ ਨਹੀਂ ਹੁੰਦੀਆਂ। ਤੋ ਫਿਰ ਰਾਓ ਦੇ ਬੰਦ ਚ ਕਹਿੰਦੇ ਹਨ ਕਿ ਵੀ ਮੇਰੇ ਮਨ ਵਿੱਚ ਤਾਂ ਇਹ ਉਪਰਾਮਤਾ ਉਦਾਸੀਨਤਾ ਹੋ ਰਹੀ ਹੈ ਇਹਨਾਂ ਗੱਲਾਂ ਵੱਲੋਂ ਜਿਹੜੀਆਂ ਗੱਲਾਂ ਵਿੱਚ ਦੁਨੀਆ ਖਚਤ ਹੈ, ਤੇ ਮੈਨੂੰ ਇਹ ਖਿਆਲ ਉਦਾਸ ਕਰਦਾ ਹੈ ਕਿ ਜੀਵ ਆਤਮਾ ਕਿੱਥੋਂ ਆਇਆ ਤੇ ਕਿੱਥੇ ਚਲਾ ਗਿਆ। ਲੋਕੀ ਇਸ ਬਾਰੇ ਕੁਝ ਵਿਚਾਰ ਕਰਦੇ ਹੀ ਨਹੀਂ ਹਨ। ਕਿੱਥੋਂ ਆਇਆ ਤੇ ਕਿੱਥੇ ਚਲਾ ਗਿਆ। ਭਾਵ ਕੀ ਹੈ ਕਿ ਜੀਵ ਆਤਮਾ ਤੇ ਨਾ ਕਿਤੋਂ ਆਇਆ ਤੇ ਨਾ ਕਿਤੇ ਗਿਆ ਹੈ। ਇਹ ਤਾਂ ਪ੍ਰਭੂ ਦੀ ਅੰਸ਼ ਹੈ ਜੋ ਪ੍ਰਭੂ ਨੇ ਹੀ ਸਾਡੇ ਅੰਦਰ, ਇਸ ਪਿੰਡ ਦੇ ਅੰਦਰ, ਇਸ ਸਰੀਰ ਦੇ ਅੰਦਰ ਟਿਕਾਈ ਹੋਈ ਹੈ, ਔਰ ਇਹ ਕਦੀ ਨਾਸ਼ ਹੁੰਦੀ ਨਹੀਂ ਹੈ। ਇਹ ਉਸ ਸਰਬ ਸ਼ਕਤੀਮਾਨ ਤੇ ਸਰਬ ਵਿਆਪਕ ਪ੍ਰਭੂ ਦਾ ਹੀ ਅੰਸ਼ ਹੈ ਜੋ ਇਸ ਜੀਵ ਦੇ ਅੰਦਰ ਜੋਤ ਰੂਪ ਵਿੱਚ ਟਿਕਦਾ ਹੈ। ਤੇ ਉਸ ਜਿੰਦ ਦੇ ਨਾਲ ਇਨਸਾਨ ਜਿਹੜਾ ਹੈ ਉਹਦਾ ਧਿਆਨ, ਉਹਦੀ ਰੁਚੀ, ਉਹਦੀ ਸੁਰਤ ਜਿਹੜੀ ਹੈ ਉਹਦੇ ਨਾਲ ਜੁੜਦੀ ਨਹੀਂ ਹੈ, ਬਲਕਿ ਮਾਇਆ ਦੇ ਕੰਮਾਂ ਦੇ ਨਾਲ, ਮਾਇਆ ਦੀ ਜਿਹੜੇ ਵਿਕਾਰ ਨੇ ਉਹਨਾਂ ਦੇ ਨਾਲ ਹੀ ਉਹਦੀ ਸੁਰਤ ਜਾਂ ਉਹਦੇ ਮਨ ਦਾ ਜਿਹੜਾ ਸਾਰਾ ਜ਼ੋਰ, ਧਿਆਨ ਹੈ ਉਹ ਉਹਦੇ ਨਾਲ ਜੁੜਿਆ ਰਹਿੰਦਾ ਹੈ। ਤੋ ਇਸ ਗੱਲ ਤੋਂ ਕਬੀਰ ਜੀ ਜਿਹੜੇ ਹਨ ਉਪਰਾਮ ਹੋ ਜਾਂਦੇ ਹਨ ਕਿ ਜਿਹੜੀ ਚੇਤਨ ਸੱਤਾ ਉਸ ਸਰਵ ਵਿਆਪਕ ਪ੍ਰਭੂ ਵੱਲੋਂ ਸਾਡੇ ਅੰਦਰ ਟਿਕਾਈ ਹੋਈ ਹੈ, ਜਿਹੜੀ ਕਦੀ ਕਿਤੇ ਨਾਸ਼ ਨਹੀਂ ਹੁੰਦੀ। ਜਿਵੇਂ ਪ੍ਰਭੂ ਅਬਿਨਾਸ਼ੀ ਹੈ, ਤਿਵੇਂ ਹੀ ਪ੍ਰਭੂ ਦੀ ਜੋ ਅੰਸ਼ ਜੀਵ ਆਤਮਾ ਹੈ ਇਹ ਵੀ ਅਬਿਨਾਸ਼ੀ ਹੈ, ਇਹ ਵੀ ਕਦੀ ਨਾਸ਼ ਨਹੀਂ ਹੁੰਦੀ। ਉਹਦੇ ਨਾਲ ਤਾਂ ਕਿਸੇ ਦਾ ਸੰਬੰਧ, ਕਿਸੇ ਦਾ ਧਿਆਨ ਹੈ ਨਹੀਂ, ਤੇ ਦੁਨਿਆਵੀ ਦੂਜੀਆਂ ਗੱਲਾਂ ਵੱਲ ਲੋਕਾਂ ਦਾ ਸਾਰਾ ਰੁਝਾਨ ਜੁੜਿਆ ਹੋਇਆ ਹੈ। ਤਾਂ ਹੁਣ ਉਹ ਆਪਣੀ ਗੱਲ ਨੂੰ ਹੋਰ ਐਕਸਪਲੇਨ ਕਰਦੇ ਹੋਇਆ ਗੱਲ ਸ਼ੁਰੂ ਕਰਦੇ ਹਨ। ਆਕਾਸ਼ ਗਗਨ ਪਾਤਾਲ ਗਗਨ ਹੈ, ਚੌਂ ਦਿਸ ਗਗਨ ਰਹਾਇਲੇ। ਇਹ ਗਗਨ ਲਫ਼ਜ਼ ਜਿਹੜਾ ਕਬੀਰ ਜੀ ਨੇ ਵਰਤਿਆ ਹੈ ਇਹ ਵੀ ਉਸ ਚੇਤਨ ਸੱਤਾ ਜੋ ਪ੍ਰਭੂ ਦੀ ਚੇਤਨ ਸ਼ਕਤੀ ਹੈ, ਜੋ ਸਾਰੀਆਂ ਦੁਨਿਆਵੀ ਚੀਜ਼ਾਂ ਦੇ ਅੰਦਰ, ਜਿਨ੍ਹਾਂ ਦੇ ਅੰਦਰ ਵੀ ਕੋਈ ਸ਼ਕਤੀ ਹੈ ਜਾਂ ਕੋਈ ਪਾਵਰ ਹੈ, ਉਹ ਸਾਰੀਆਂ ਚੀਜ਼ਾਂ ਪ੍ਰਭੂ ਦੀਆਂ ਹੀ ਪੈਦਾ ਕੀਤੀਆਂ ਹੋਈਆਂ ਹਨ ਸਾਰੀ ਸ੍ਰਿਸ਼ਟੀ ਦੇ ਅੰਦਰ। ਤਾਂ ਕਬੀਰ ਜੀ ਕਹਿੰਦੇ ਹਨ ਕਿ ਆਕਾਸ਼ ਵਿੱਚ ਵੀ, ਪਾਤਾਲ ਵਿੱਚ ਵੀ, ਤੇ ਚਾਰੋਂ ਦਿਸ਼ਾਵਾਂ ਵੱਲ, ਭਾਵ ਸਾਰੀ ਸ੍ਰਿਸ਼ਟੀ ਦੇ ਅੰਦਰ ਹੀ। ਇਹ ਇੱਕ ਤਰੀਕਾ ਹੈ ਗੱਲ ਨੂੰ ਸਮਝਾਉਣ ਦਾ ਕਿ ਹਰ ਜਗ੍ਹਾ ਪ੍ਰਮਾਤਮਾ ਸਰਵ ਵਿਆਪਕ ਹੈ। ਇਹ ਗੱਲ ਨੂੰ ਕਲੀਅਰ ਕਰਨ ਵਾਸਤੇ ਉਹ ਕਹਿੰਦੇ ਹਨ ਕਿ ਵੀ ਉਹਦੀ ਚੇਤਨ ਸੱਤਾ ਆਕਾਸ਼ ਵਿੱਚ ਵੀ ਹੈ, ਪਾਤਾਲ ਵਿੱਚ ਵੀ ਹੈ, ਤੇ ਚੌਹਾਂ ਦਿਸ਼ਾਵਾਂ ਵਿੱਚ ਵੀ ਹੈ, ਭਾਵ ਹਰ ਜਗ੍ਹਾ, ਹਰ ਪਾਸੇ। तो आकाश पताल और इस मातलोक सारे पासे सृष्टि के सारे पासे ही उस परमात्मा की चेतन सत्ता सब जगह मौजूद है। भाव की है कि वह प्रभु सर्वव्यापक है। यदा भाव अर्थ इन्ना ही है। तो अगे अगली पंक्ति कहते हैं कि आनंद मूल सदा पुरखोत्तम घट बिनसै गगन ना जायले। घट का अर्थ है आम तौर पर शरीर के वास्ते वरत्या जाता है, हिरदे वास्ते भी वरत्या जाता है। पर गुरु कबीर जी समझाते हैं कि जदों ये शरीर नाश हो भी जाता है ਤਾਂ ਵੀ ਇਹਦੇ ਵਿੱਚੋਂ ਉਹ ਪ੍ਰਭੂ ਦੀ ਚੇਤਨ ਸੱਤਾ ਜਿਹਨੂੰ ਉਹਨਾਂ ਨੇ ਗगन ਦੀ ਸ਼ਬਦਾਵਲੀ ਨਾਲ ਵਰਤਿਆ ਹੈ, ਆਕਾਸ਼ ਗगन ਪਤਾਲ गगन ਚੌਂ ਦਿਸ गगन ਰਾਹਲੇ ਆਨੰਦ ਮੂਲ ਸਦਾ ਪੁਰਖੋਤਮ। ਉਹ ਚੇਤਨ ਸੱਤਾ ਪ੍ਰਭੂ ਦੀ ਜੋ ਪ੍ਰਭੂ ਦੀ ਅੰਸ਼ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ, ਉਹ ਸਾਰੇ ਜੀਵਾਂ ਦੇ ਵਾਸਤੇ ਆਨੰਦ ਦਾ ਮੂਲ ਕਾਰਨ ਹੈ ਤੇ ਉਹ ਉਸੇ ਨੂੰ ਹੀ ਸਭ ਪੁਰਖੋਤਮ ਜਾਂ संस्कृत का लफज है पुरुषोत्तम, जिसका भाव होता है सब तो उत्तम पुरुष। ये लफज परमात्मा का लिखायक है। जिवें परमात्मा के अनेकों नाम गुरबाणी च वरते जाते हैं, तो यह पुरुषोत्तम लफज जिहड़ा है इसका भी जो आखिरी अर्थ है वह परमात्मा का ही गुणा का लिखायक है कि सब तो उत्तम पुरुष जो सर्वव्यापक ते सब तो श्रेष्ठ जो हस्ती है उन्होंने पुरुषोत्तम किया जाता है। परमात्मा वास्ते लफज वरत्या जाता है। तो कबीर जी कहते हैं कि वो सब तो उत्तम पुरुष परमात्मा जो सर्व व्यापक है, वो सब दे जीवां दे आनंद दा सुख दा मूल कारण है। भाव दुनिया दे जिंदगी दे अंदर इंसान नू कोई भी जो सुख प्राप्त होता है वो माया चो कदे नहीं प्राप्त होता, वो परमात्मा की बख्शिश सदका ही प्राप्त होता है। ते सारी जिंदगी वो इस परमात्मा की बख्शिश सदका ही आनंद का एहसास महसूस करता है। ਤੇ ਜਦੋਂ ਉਸ ਦਾ ਸਰੀਰ ਨਾਸ਼ ਵੀ ਹੋ ਜਾਂਦਾ ਹੈ ਤਾਂ ਵੀ ਘਟ ਬਿਨਸੈ ਤੋਂ ਭਾਵ ਨਾਸ਼ ਹੋ ਜਾਣਾ, ਘਟ ਮੈਨੇ ਸਰੀਰ, ਜਦੋਂ ਉਹਦਾ ਸਰੀਰ ਨਾਸ਼ ਵੀ ਹੋ ਜਾਂਦਾ ਹੈ ਗगन ਨਾ ਜਾਇਲੇ,
ਉਹਦੇ ਅੰਦਰ ਜਿਹੜੀ ਚੇਤਨ ਸੱਤਾ ਹੈ ਉਹ ਫੇਰ ਵੀ ਕਿਤੇ ਨਹੀਂ ਜਾਂਦੀ, ਉਹ ਕਾਇਮ ਰਹਿੰਦੀ ਹੈ, ਉਹਦਾ ਨਾਸ਼ ਨਹੀਂ ਹੁੰਦਾ। ਤੋ ਇਹ ਇੱਕ ਮਤਲਬ ਜੋ ਗੁਰਮਤਿ ਦਾ ਸਿਧਾਂਤ ਹੈ ਜਿਹੜਾ ਹੋਰ ਕਈ ਮਤਾਂ ਦੇ ਨਾਲੋਂ ਫਰਕ ਰੱਖਦਾ ਹੈ ਕਿ ਪ੍ਰਭੂ ਦੀ ਚੇਤਨ ਸੱਤਾ ਉਹਦੇ ਵਾਂਗ ਹੀ ਨਾਸ਼ ਹੋਣ ਤੋਂ ਰਹਿਤ ਹੈ। ਉਹ ਪ੍ਰਭੂ ਦਾ ਅੰਸ਼ ਹੈ, ਉਹਦਾ ਨਾਸ਼ ਨਹੀਂ ਹੁੰਦਾ। ਤੋ ਇਸ ਕਰਕੇ ਜੀਵ ਦੇ ਸਰੀਰ ਦਾ ਜਨਮ ਹੁੰਦਾ ਹੈ, ਸਰੀਰ ਦਾ ਨਾਸ਼ ਹੋ ਜਾਂਦਾ ਹੈ, ਪਰ ਉਹਦੇ ਅੰਦਰ ਜੋ ਪ੍ਰਭੂ ਦੀ ਅੰਸ਼ ਹੈ, ਜੋ ਰਾਮ ਦੀ ਅੰਸ਼ ਹੈ, ਉਹ ਕੇਵਲ ਆਂਦੀ ਔਰ ਜਾਂਦੀ ਹੈ। ਕਿੱਥੋਂ ਆਂਦੀ ਕਿੱਥੇ ਜਾਂਦੀ ਹੈ ਇਹਦੇ ਬਾਰੇ ਕੋਈ ਇਨਸਾਨ ਜਾਣ ਤੇ ਨਹੀਂ ਸਕਦਾ, ਪਰ ਇਤਨਾ ਜ਼ਰੂਰ ਹੈ ਕਿ ਉਹਦਾ ਨਾਸ਼ ਨਹੀਂ ਹੁੰਦਾ। ਉਹ ਉਸੇ ਪ੍ਰਭੂ ਦੇ ਵਿੱਚੋਂ ਹੀ ਆਈ ਹੁੰਦੀ ਹੈ, ਪ੍ਰਭੂ ਦੇ ਵਿੱਚ ਹੀ ਅਭੇਦ ਹੋ ਜਾਂਦੀ ਹੈ, ਉਹਦਾ ਨਾਸ਼ ਨਹੀਂ ਹੁੰਦਾ। ਫਿਰ ਜਿੱਥੇ ਪ੍ਰਭੂ ਨੇ ਉਸ ਨੂੰ ਟਿਕਾਣਾ ਹੁੰਦਾ ਹੈ, ਟਿਕਾ ਦਿੰਦਾ ਹੈ। ਤੋ ਇਸੇ ਹੀ ਕਨਸੈਪਟ ਨੂੰ ਫਿਰ ਅੱਗੇ ਹੋਰ ਖੋਲਦੇ ਹਨ ਕਿ ਪੰਜ ਤਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ, ਕਰਮ ਬਦ ਤੁਮ ਜਿਉ ਕਹਿਤ ਹੋ, ਕਰਮੈ ਕਿਨ ਜਿਉ ਦੀਨ ਰੇ। ਹੁਣ ਇੱਥੇ ਉਹ ਥੋੜਾ ਜਿਹਾ ਚੈਲੰਜ ਕਰ ਰਹੇ ਹਨ ਕਿ ਜਿਹੜੇ ਉਸ ਵਕਤ ਦੇ ਪ੍ਰਚਲਿਤ ਜਿਹੜੇ ਸਾਡੇ ਗੁਆਂਢੀ ਧਰਮ ਸੀਗੇ, ਖਾਸ ਤੌਰ ਤੇ ਸਨਾਤਨ ਮਤ ਦੇ ਔਰ ਸ਼ਾਂਖ ਮਤ ਔਰ ਜੋ ਯੋਗੀਆਂ ਦੀ ਜੋ ਵਿਚਾਰਧਾਰਾ ਸੀ, ਉਹਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਵਿਚਾਰਧਾਰਾ ਪ੍ਰਚਲਿਤ ਸੀ ਕਿ ਵੀ ਇਹ ਇਨਸਾਨ ਜਿਹੜਾ ਹੈ ਨਾ, ਇਹ ਕਰਮਾਂ ਦਾ ਬੱਧਾ ਹੋਇਆ ਹੈ। ਜਿਵੇਂ ਦੂਜੀ ਪੰਕਤੀ ਚ ਇਸ ਪਤੇ ਦੀ ਕਬੀਰ ਜੀ ਕਹਿ ਰਹੇ ਹਨ ਕਿ ਕਰਮ ਬਦ ਤੁਮ ਜਿਉ ਕਹਿਤ ਹੋ। ਤੁਸੀਂ ਕਹਿੰਦੇ ਹੋ ਕਿ ਇਹ ਜੀਵ ਜਿਹੜਾ ਹੈ ਇਹ ਕਰਮਾਂ ਦਾ ਬੱਧਾ ਹੋਇਆ ਜਨਮ ਲੈਂਦਾ ਹੈ, ਕਰਮਾਂ ਦਾ ਬੱਧਾ ਹੋਇਆ ਹੀ ਇਹ ਸਵਰਗ ਨਰਕ ਵਿੱਚ ਜਾਂਦਾ ਹੈ, ਮਰਦਾ ਹੈ, ਜਿਉਂਦਾ ਹੈ। ਇਹ ਤੁਹਾਡਾ ਵਿਚਾਰ ਹੈ। ਪਰ ਤੁਸੀਂ ਸੋਚੋ ਕਿ ਇਹ ਪੰਜਾਂ ਤੱਤਾਂ ਨੂੰ ਮਿਲ ਕੇ ਇਹ ਸਰੀਰ ਬਣਿਆ। ਪੰਜ ਤੱਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ। ਪਰ ਇਹ ਤਤ ਕਿੱਥੋਂ ਆਏ, ਉਹਨੂੰ ਕਿਸ ਨੇ ਬਣਾਇਆ? ਤੁਸੀਂ ਇਹ ਤਾਂ ਗੱਲ ਕਹਿ ਦਿੱਤੀ ਕਿ ਬਈ ਇਹ ਪੰਜ ਤੱਤਾਂ ਦਾ ਸਰੀਰ ਹੈ, ਔਰ ਚਲੋ ਮੰਨ ਲੈਂਦੇ ਆ ਤੁਹਾਡੀ ਗੱਲ, ਬਈ ਜਿਹੜੇ ਤੁਸੀਂ ਕਹਿੰਦੇ ਹੋ ਪੰਜ ਤੱਤਾਂ ਦਾ ਸਰੀਰ ਬਣਿਆ, ਠੀਕ ਹੈ। ਪਰ ਤਤ ਬਣਾਉਣ ਵਾਲਾ ਕੌਣ ਹੈ? ਤੱਤਾਂ ਨੂੰ ਕਿੰਨੇ ਪੈਦਾ ਕੀਤਾ? ਸਰੀਰ ਤਾਂ ਤੱਤਾਂ ਤੋਂ ਬਣਿਆ, ਪਰ ਤੱਤ ਕਿੱਥੋਂ ਆਏ? ਤੋ ਇਹ ਤੱਤਾਂ ਦੀ ਕੋਈ ਆਪਣੀ ਵੱਖਰੀ ਆਜ਼ਾਦ ਹਸਤੀ ਨਹੀਂ ਹੈ। ਇਹਨਾਂ ਨੂੰ ਬਣਾਉਣ ਵਾਲਾ ਵੀ ਉਹ ਪਰਮ ਪੁਰਖੋਤਮ ਜੋ ਜਿਸਨੇ ਸਾਰੀ ਇਹ ਚੇਤਨ ਸੱਤਾ ਜੀਵਾਂ ਦੇ ਅੰਦਰ ਪਾਈ ਹੈ, ਉਹ ਤੱਤਾਂ ਨੂੰ ਬਣਾਉਣ ਵਾਲਾ ਵੀ ਉਹੀ ਹੈ। ਤੋ ਉਸੇ ਤੋਂ ਹੀ ਉਹਦੀ ਬਖਸ਼ਿਸ਼ ਸਦਕਾ ਹੀ ਇਹ ਤੱਤ ਵੀ ਹੋਂਦ ਵਿੱਚ ਆਏ ਹਨ। ਤੋ ਇਸ ਕਰਕੇ ਇਹ ਨਹੀਂ ਹੈ ਕਿ ਵੀ ਤੱਤਾਂ ਦੀ ਕੋਈ ਆਪਣੀ ਵੱਖਰੀ ਹੋਂਦ ਹੈ ਜਿਨ੍ਹਾਂ ਤੋਂ ਤੇਰੇ ਸਰੀਰ ਬਣ ਗਏ। ਉਹ ਤੱਤ ਬਣਾਉਣ ਵਾਲਾ ਵੀ ਉਹ ਪ੍ਰਭੂ ਪਰਮਾਤਮਾ ਹੀ ਹੈ। ਤੇ ਇਹਨਾਂ ਤੱਤਾਂ ਦੇ ਵਿੱਚ ਫਿਰ ਅੱਗੋਂ ਜੀਓ ਨੂੰ ਪਾਉਣ ਵਾਲਾ, ਜਿਸ ਤਰ੍ਹਾਂ ਬਾਣੀ ਚ ਪੰਕਤੀ ਆਉਂਦੀ, ਜੀਓ ਪਾਏ ਪਿੰਡ ਜਿਨ ਸਾਜਿਆ। ਤੋ ਜਿਹਨੇ ਪਿੰਡ ਦੀ ਸਾਜਨਾ ਕੀਤੀ, ਭਾਵ ਇਹ ਤੱਤਾਂ ਤੋਂ ਸਰੀਰ ਬਣਾਇਆ, ਉਸੇ ਪ੍ਰਭੂ ਨੇ ਹੀ ਬਣਾਇਆ ਤੇ ਉਹਨਾਂ ਦੇ ਅੰਦਰ ਜੀਓ ਨੂੰ ਵੀ ਟਿਕਾਇਆ, ਉਸਨੇ ਹੀ ਆਪਣੀ ਅੰਸ਼ ਨੂੰ ਉਹਦੇ ਅੰਦਰ ਟਿਕਾਇਆ। ਸੋ ਪੰਜ ਤੱਤ ਮਿਲ ਕਾਇਆ ਕੀਨੀ। तो कबीर जी का सवाल है भी तत् कहाँ ते कीन ने, तत् कितों पैदा होए? वो भी तो चेतन सत्ता में जो प्रभु दे अंश है ਉਹਦੇ ਰਾਹੀਂ ਹੀ ਹੋਂਦ ਵਿੱਚ ਆਏ। ਕਿ ਕਿਤੇ ਆਪਣੇ ਆਪ ਆਜ਼ਾਦ ਹਸਤੀ ਇਹਨਾਂ ਦੀ ਕੋਈ ਨਹੀਂ ਹੈ। ਸੋ ਹੁਣ ਤੁਸੀਂ ਕਹਿੰਦੇ ਹੋ ਕਿ ਵੀ ਕਰਮਾਂ ਦਾ ਬੱਧਾ ਜੀਵ ਜਨਮ ਲੈਂਦਾ ਹੈ, ਕਰਮਾਂ ਦਾ ਬੱਧਾ ਹੋਇਆ, ਉਹ ਸਾਰੇ ਕਰਮ ਉਹਦਾ ਫਲ ਭੋਗਦਾ ਹੈ ਤੇ ਉਹਦੇ ਮੁਤਾਬਕ ਹੀ ਅੱਗੋਂ ਫਿਰ ਮਰਨ ਤੋਂ ਬਾਅਦ ਵੀ ਉਹਨੂੰ ਉਹਦੇ ਨਿਬੇੜਾ ਹੁੰਦਾ ਹੈ, ਉਹਨੇ ਨਰਕਾਂ ਹੀ ਜਾਣਾ ਹੈ ਕਿ ਸਵਰਗਾਂ ਵਿੱਚ ਜਾਣਾ ਹੈ। ਪਰ ਕਰਮ ਕਿੱਥੋਂ ਵਜੂਦ ਵਿੱਚ ਆਏ? ਕਰਮ ਕਰਨ ਦੀ ਜੋ ਸ਼ਕਤੀ ਹੈ ਉਹ ਇਨਸਾਨ ਨੂੰ ਕਿੱਥੋਂ ਪ੍ਰਾਪਤ ਹੋਈ? ਜੇ ਕਰਮ ਉਹ ਕਰਨ ਲੱਗੇ ਦੇ ਯੋਗ ਹੋਇਆ ਹੈ ਤਾਂ ਉਹ ਇਹ ਸ਼ਕਤੀ, ਇਹ ਪਾਵਰ ਉਹਦੇ ਅੰਦਰ ਕਿੱਥੋਂ ਆਈ ਕਰਮ ਕਰਨ ਦੀ? ਜੋ ਸੋਚ ਸ਼ਕਤੀ, ਜੋ ਐਕਸ਼ਨ ਲੈਣ ਦੀ ਸ਼ਕਤੀ ਇਨਸਾਨ ਦੇ ਅੰਦਰ ਆਈ ਹੈ, ਉਹਦਾ ਦਾਤਾ ਵੀ ਤਾਂ ਪ੍ਰਭੂ ਹੈ ਨਾ। ਜੋ ਮਨ ਦੇ ਅੰਦਰ ਵਿਚਾਰਾਂ ਦੀ ਸ਼ਕਤੀ ਹੈ, ਬੁੱਧੀ ਹੈ, ਫਿਰ ਜੋ ਉਹਦੇ ਅਨੁਸਾਰ ਸਰੀਰ ਐਕਸ਼ਨ ਲੈਂਦਾ ਹੈ, ਇਹ ਸਾਰੀਆਂ ਦਾਤਾਂ ਵੀ ਤਾਂ ਪ੍ਰਭੂ ਦੀਆਂ ਦਿੱਤੀਆਂ ਹੋਈਆਂ ਹਨ। ਤੋ ਇਸ ਕਰਕੇ ਤੁਸੀਂ ਜੋ ਕਰਮਾਂ ਨੂੰ ਪ੍ਰਬਲ ਮੰਨਦੇ ਹੋ ਵੀ ਕਰਮਾਂ ਦੇ ਅਨੁਸਾਰ ਜੀਵ ਜਨਮ ਲੈਂਦਾ ਹੈ, ਮਰਦਾ ਹੈ, ਫਲ ਭੋਗਦਾ ਹੈ, ਤਾਂ ਕਰਮ ਨੂੰ ਕਰਨ ਦੀ ਸਮਰੱਥਾ ਦੇਣ ਵਾਲਾ ਵੀ ਤਾਂ ਉਹ ਪ੍ਰਭੂ ਹੈ ਜਿਨਨੇ ਇਹ ਕਾਇਆ ਰਚੀ, ਜਿਨਨੇ ਇਹ ਕਾਇਆ ਦੇ ਅੰਦਰ ਜੀਓ ਦੇ ਅੰਸ਼ ਟਿਕਾਈ ਤੇ ਜਿਨਨੇ ਉਹਨੂੰ ਇਹ ਸਾਰੀ ਸ਼ਕਤੀ ਦਿੱਤੀ ਕਿ ਉਹ ਕਰਮ ਕਰਨ ਦੇ ਸਮਰੱਥ ਬਣ ਸਕੇ। ਤਾਂ ਹੁਣ ਤੱਕ ਦੀ ਜਿੰਨੀ ਵਿਚਾਰ ਆਈ ਹੈ ਉਹ ਸਾਰੀ ਇਹੀ ਕਹਿ ਰਹੀ ਹੈ ਕਿ ਪ੍ਰਭੂ ਦੇ ਬਖਸ਼ਿਸ਼ ਤੋਂ ਬਿਨਾ ਨਾ ਜੀਵ ਦੀ ਹੋਂਦ ਹੈ, ਨਾ ਉਹਦੇ ਅੰਦਰ ਸਮਰੱਥਾ ਹੈ ਕਿ ਉਹ ਕੁਝ ਕਰ ਸਕੇ। ਤੇ
ਇਹ ਸਭ ਕੁਝ ਹੁੰਦਾ ਹੈ ਉਸ ਪ੍ਰਭੂ ਦੀ ਬਖਸ਼ਿਸ਼ ਸਦਕਾ ਜਿਹੜਾ ਸਰਵ ਵਿਆਪਕ ਹੈ ਔਰ ਉਹਦੀ ਚੇਤਨ ਸੱਤਾ ਆਕਾਸ਼ ਪਤਾਲ ਔਰ ਇਸ ਮਾਤਲੋਕ ਵਿੱਚ ਹਰ ਜਗ੍ਹਾ ਦੇ ਉੱਤੇ ਸਰਵ ਵਿਆਪਕ ਹੈ। ਇਸੇ ਚੀਜ਼ ਨੂੰ ਅਖੀਰਲੇ ਪਦੇ ਦੇ ਅੰਦਰ ਫਿਰ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰੇ, ਕਹਿ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋਏ ਰੇ। ਕਬੀਰ ਜੀ ਕਹਿੰਦੇ ਨੇ ਕਿ ਭਾਈ ਉਹ ਚੇਤਨ ਸੱਤਾ ਪ੍ਰਭੂ ਦੀ, ਉਹਦੇ ਅੰਦਰ ਹੀ ਇਹ ਸਭ ਜੀਵ ਮਾਨੋ ਸਮਾਏ ਹੋਏ ਹਨ, ਉਹਦੇ ਤੋਂ ਬਾਹਰ ਨਹੀਂ ਹਨ। ਜਿਵੇਂ ਅਸੀਂ ਕਹਿੰਦੇ ਹਾਂ ਹੁਕਮੇ ਅੰਦਰ ਸਭ ਕੋ, ਹਰ ਜੀਵ ਪ੍ਰਭੂ ਦੇ ਹੁਕਮ ਦੇ ਉਹਦੇ ਅਧੀਨ ਹੈ, ਉਹਦੇ ਤੋਂ ਬਾਹਰ ਕੋਈ ਨਹੀਂ ਹੈ। ਤੋ ਇਹ ਹਰੀ ਦਾ ਜੋ ਬਣਾਇਆ ਹੋਇਆ ਨਿਯਮ ਹੈ ਸ੍ਰਿਸ਼ਟੀ ਦੀ ਘਾੜਤ ਕੱਢਣ ਦਾ, ਜਿਹਦੇ ਉਹਨੇ ਆਪ ਹੀ ਪੰਜ ਤੱਤਾਂ ਦੀ ਰਚਨਾ ਕੀਤੀ, ਪੰਜ ਤੱਤਾਂ ਤੋਂ ਸਰੀਰ ਬਣਾਏ, ਉਹਨਾਂ ਦੇ ਅੰਦਰ ਉਹਨੇ ਆਪਣੀ ਅੰਸ਼ ਟਿਕਾਈ, ਫਿਰ ਉਹਨਾਂ ਨੂੰ ਗਿਣਿਆ ਮਿਥਿਆ ਸਮਾਂ ਦਿੱਤਾ ਔਰ ਸਮਰੱਥਾ ਦਿੱਤੀ ਕਿ ਉਹ ਕੁਝ ਕਰਮ ਕਰਨ ਦੇ ਲਾਇਕ ਹੋ ਸਕਣ। ਇਹ ਸਭ ਕੁਝ ਉਹਦੇ ਆਪਣੇ ਨਿਜ਼ਾਮ ਦੇ ਅੰਦਰ ਹੈ, ਉਹਦੇ ਆਪਣੇ ਨਿਯਮਾਂ ਦੇ ਅੰਦਰ ਹੈ। ਤੋ ਇਸ ਕਰਕੇ ਉਹਦੇ ਹੁਕਮ ਦੇ ਅਧੀਨ ਹੀ ਸਭ ਕੁਝ ਹੈ। ਸੋ ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਪਰ ਉਹ ਇਹ ਕਰਕੇ ਉਹ ਕੋਈ ਵੱਖਰਾ ਕਿਤੇ ਬਾਹਰ ਨਹੀਂ ਚਲਾ ਗਿਆ। ਹਰ ਸਰੀਰ ਦੇ ਅੰਦਰ, ਹਰ ਹਿਰਦੇ ਦੇ ਅੰਦਰ ਉਸ ਦੀ ਅੰਸ਼ ਹੈ ਤੇ ਉਹ ਮਾਨੋ ਤਨ, ਹਰ ਤਨ ਦੇ ਅੰਦਰ ਹਰੀ ਹੈ। ਸੋ ਹਰ ਮੈਂ ਤਨ ਹੈ ਭਾਵ ਉਹਦੇ ਹੁਕਮ ਦੇ ਅਧੀਨ ਸਾਰੇ ਸਰੀਰ ਨੇ ਤੇ ਹਰ ਸਰੀਰ ਦੇ ਵਿੱਚ ਹਰੀ ਦੀ ਆਪਣੀ ਜੋਤ ਮੌਜੂਦ ਹੈ। ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰਹੇ, ਬਿਨਾਂ ਕਿਸੇ ਅੰਤਰ ਦੇ, ਬਿਨਾਂ ਕਿਸੇ ਬ੍ਰੇਕ ਦੇ ਸਭ ਜਗ੍ਹਾ ਦੇ ਉੱਤੇ ਉਸ ਪ੍ਰਭੂ ਦੀ ਮੌਜੂਦਗੀ ਹੈ। ਉਹਦੀ ਚੇਤਨ ਸੱਤਾ, ਉਹਦੀ ਅੰਸ਼ ਹਰ ਜਗ੍ਹਾ ਮੌਜੂਦ ਹੈ। ਉਹ ਇਸ ਤਰ੍ਹਾਂ ਸਰਬ ਵਿਆਪਕ ਹੈ, ਹਰ ਜੀਵ ਦੇ ਅੰਦਰ ਉਹਦੀ ਜੋਤ ਮੌਜੂਦ ਹੈ। तो इसलिए कबीर जी कहते हैं कह कबीर राम नाम ना छोड़ो सहजे होए सोहरे। ते ऐसे परमात्मा ਦਾ ਨਾਮ ਮੈਂ ਕਿਵੇਂ ਭੁੱਲ ਸਕਦਾ ਹਾਂ ਜਿਹੜਾ ਘਟ ਘਟ ਵਿੱਚ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ, ਜਿੱਥੇ ਤੱਕ ਮੇਰੀ ਸੋਚ ਕੰਮ ਕਰਦੀ ਹੈ ਹਰ ਜਗ੍ਹਾ ਤੋਂ ਵਿਆਪਕ ਹੈ। तो ऐसे परमात्मा ਦਾ ਨਾਮ मैं ਕਿਵੇਂ ਭੁਲਾ ਸਕਦਾ ਹਾਂ? ਭਾਵ नहीं भुलना चाहिए। कह कबीर राम नाम ना छोड़ो सहजे होए सो होए रहे। तो कुछ हो रहा है वो सब कुछ ਉਹਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ। ਅਡੋਲਤਾ ਭਾਵ ਬਿਨਾਂ ਕਿਸੇ ਜੀਵ ਦੇ ਕਿਸੇ ਉਚੇਚੇ ਐਫਰਟ ਜਾਂ ਕਿਸੇ ਦੇ ਉਦਮ, ਕਿਸੇ ਦੇ ਜ਼ੋਰ ਸਦਕਾ ਕੁਝ ਹੋ ਰਿਹਾ। ਜੋ ਕੁਝ ਹੋ ਰਿਹਾ ਉਹ ਪ੍ਰਭੂ ਦੀ ਰਜ਼ਾ ਵਿੱਚ ਹੀ ਹੋਏ, ਸਹਿਜੇ ਹੋਏ। ਸਹਿਜੇ ਤੋਂ ਭਾਵ ਹੈ ਉਸ ਪ੍ਰਭੂ ਦੀ ਰਜ਼ਾ ਦੇ ਅਧੀਨ। ਸੋ ਜਗਤ ਵਿੱਚ ਜੋ ਕੁਝ ਵੀ ਵਾਪਰ ਰਿਹਾ, ਚਾਹੇ ਕੋਈ ਜੀਵ ਕਰਮ ਕਰ ਰਿਹਾ ਹੈ, ਕੋਈ ਕਰਮ ਦਾ ਫਲ ਭੋਗ ਰਿਹਾ ਹੈ, तो सब कुछ जो है वो प्रभु दे रजा दे ਉਹਦੇ ਹੁਕਮ ਦੇ ਅਧੀਨ ਹੀ ਹੋ ਰਿਹਾ ਹੈ। ਉਹਦੇ ਵਿੱਚ ਕਿਸੇ ਦਾ ਜ਼ੋਰ ਨਹੀਂ ਹੈ। तो ਇਹ ਇੱਕ ਤਰੀਕੇ ਦਾ ਕਬੀਰ ਜੀ ਦਾ ਚੈਲੰਜ ਹੈ ਦੂਜੇ ਜਿਹੜੇ ਉਸ ਵਕਤ ਦੇ ਗੁਆਂਢੀ ਮਤ ਸੀਗੇ, ਚਾਹੇ ਉਹ ਜੋਗ ਮਤ ਸੀ ਜਾਂ ਸਾਂਖ ਮਤ ਜਾਂ ਸਨਾਤਨ ਮਤ, ਜਿਹੜੇ ਕਰਮਾਂ ਨੂੰ ਪ੍ਰਧਾਨ ਸਮਝਦੇ ਨੇ। ਕਬੀਰ ਜੀ ਨੇ ਉਹਨਾਂ ਦੀ ਪ੍ਰਧਾਨਤਾ ਨੂੰ ਸਵੀਕਾਰ ਨਹੀਂ ਕੀਤਾ, ਬਲਕਿ ਪ੍ਰਭੂ ਦੇ ਹੁਕਮ, ਪ੍ਰਭੂ ਦੀ ਰਜ਼ਾ ਨੂੰ ਹੀ ਸਰਬ ਸ਼ਕਤੀਮਾਨ ਪ੍ਰਭੂ ਜੋ ਸਰਬ ਵਿਆਪਕ ਹੈ ਉਹਦੀ ਸੁਪਰੀਮੇਸੀ ਜਿਹੜੀ ਹੈ ਉਹ ਇਸ ਸ਼ਬਦ ਵਿੱਚ ਬਿਆਨ ਕੀਤੀ ਹੈ ਕਿ ਉਹਦੇ ਹੁਕਮ ਤੋਂ ਬਗੈਰ ਸਾਰੀ ਸ੍ਰਿਸ਼ਟੀ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਜੋ ਹੋ ਰਿਹਾ ਹੈ ਸਭ ਕੁਝ ਉਹਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਔਰ ਇਹ ਉਹਦੀ ਜੀਵ ਅੰਸ਼ ਹੀ ਹੈ ਜੋ ਸਭ ਜੀਵਾਂ ਦੇ ਅੰਦਰ ਹੈ ਔਰ ਉਹ ਕਦੀ ਨਾਸ਼ ਨਹੀਂ ਹੁੰਦੀ। तो इतने बचन प्रवान करने जी होया भुलां दी खिमा। वाहिगुरू जी का खालसा वाहिगुरू जी की फतेह। करण कारण प्रभ एक है दूसर ना ही कोय, नानक तिस बलिहारना जल थल में ईल सोए। तो वीर जी ने बड़ा खोल के सानू ਇਹਦਾ ਦੱਸਿਆ। ਸੰਗਤ ਜੀ ਮੈਂ ਬੇਨਤੀ ਕਰਦੇ ਹਾਂ ਕਿਉਂਕਿ ਗੁਰਬਾਣੀ ਦੇ ਬੜੇ ਡੂੰਘੇ ਭਾਵ ਨੇ, ਤੋਂ ਇਸ ਕਰਕੇ ਇਹਨਾਂ ਨੂੰ ਪਹਿਲੇ ਤਿਆਰੀ ਕਰਨ ਤੇ ਫਿਰ ਇੱਥੇ ਪੇਸ਼ ਕਰਨ 'ਚ ਵੀ ਸਮਾਂ ਲੱਗਦਾ। ਕਈ ਸਵਾਲ ਇਸੇ ਕਰਕੇ ਸਾਡੇ ਕੋਲ ਰਹਿ ਵੀ ਜਾਂਦੇ ਨੇ, ਅੱਜ ਵੀ ਰਹਿ ਗਏ ਨੇ। ਜਿਨ੍ਹਾਂ ਦੇ ਸਵਾਲ ਰਹਿ ਗਏ ਮੈਂ ਤੁਹਾਨੂੰ ਖਿਮਾ ਮੰਗਦਾ। ਅਗਲੇ ਹਫਤੇ ਸਭ ਤੋਂ ਪਹਿਲੇ ਉਹ ਸਵਾਲ ਲਏ ਜਾਣਗੇ। ਤੋਂ ਵੀਰ ਐਮਪੀ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੋਂ ਭੈਣ ਜਗਜੀਤ ਕੌਰ ਜੀ ਨੇ ਗਰੁੱਪ ਚੈਟ ਵਿੱਚ ਲਿਖਿਆ ਕਿ ਅਰਦਾਸ ਬਾਰੇ ਕਿ ਅਰਦਾਸ ਕਈ ਲੋਕੀ ਆਪਣਾ ਨਾਂ ਦੇ ਕੇ ਕਹਿੰਦੇ ਅਰਦਾਸ ਕਰੋ। ਇਹ ਠੀਕ ਹੈ ਤੁਹਾਡੀ ਗੱਲ ਕਿ ਬਹੁਤੀ ਵਾਰੀ ਤਾਂ ਇੱਦਾਂ ਵੀ ਹੁੰਦਾ ਵੀ ਅਰਦਾਸੀਆ ਸਿੰਘ ਅਰਦਾਸ ਸ਼ੁਰੂ ਕਰਦਾ ਹੈ ਤਾਂ ਜਿਵੇਂ ਆਪ ਜੀ ਨੇ ਪਿੱਛੇ ਵੀਰ ਜੀ ਕੋਲੋਂ ਸੁਣਿਆ ਸੀਗਾ ਕਿ ਉਹ ਕੀ ਕਰਦੇ ਨੇ ਕਿ ਸੰਗਤਾਂ ਚੋਂ ਬਹੁਤ ਸਾਰੇ ਜਦੋਂ ਅਰਦਾਸ ਚੱਲ ਰਹੀ ਹੈ ਤਾਂ ਉਹਦੀ ਮੁੱਠੀ 'ਚ ਆ ਕੇ ਮਾਇਆ ਰੱਖੀ ਜਾਂਦੇ ਨੇ, ਜਿਹੜੀ ਕਿ ਬਿਲਕੁਲ ਮਨਮਤ ਹੈ ਪਰ ਬਹੁਤੀਆਂ ਥਾਵਾਂ 'ਤੇ ਹੋ ਰਹੀ ਹੈ। ਮੈਂ ਇੱਕ ਬੇਨਤੀ ਕਰਦੀ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਗੁਰੂ ਨਾਨਕ ਮੱਤ ਚਲਾਇਆ ਇਹਦੇ 'ਚ ਪੁਜਾਰੀ ਸ਼੍ਰੇਣੀ ਹੈ ਹੀ ਨਹੀਂ। ਪਿੱਛੇ ਵੀ ਆਪਾਂ ਸੁਣਿਆ ਸੀ ਗੁਰੂ ਸਾਹਿਬ ਨੇ ਸਾਰਿਆਂ ਨੂੰ ਪ੍ਰਚਾਰਕ ਬਣਾਇਆ, ਹਰੇਕ ਸਿੱਖ ਪ੍ਰਚਾਰਕ ਹੈ। ਆਪ ਜਪੇ ਅਵਰਾ ਨਾਮ ਜਪਾਵੇ। ਸਾਨੂੰ ਕਿਸੇ ਪੁਜਾਰੀ ਸ਼੍ਰੇਣੀ ਦੀ ਲੋੜ ਨਹੀਂ ਹੈ ਤੇ ਅਰਦਾਸ ਜਿਹੜੀ ਕਰਨੀ ਹੈ ਬੈਸਟ ਤਰੀਕਾ ਤੇ ਹੈ ਅਰਦਾਸ ਆਪ ਕੀਤੀ ਜਾਏ, ਕਿਉਂਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਮੇਰਾ ਵਾਹਿਗੁਰੂ ਪਿਤਾ ਵੀ ਹੈ ਮਾਤਾ ਵੀ ਹੈ ਤੇ ਮਾਤਾ ਪਿਤਾ ਨਾਲ ਗੱਲ ਕਰਨ ਲਈ
ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ ਹੈ। ਔਰ ਦੇਖੋ ਮਜ਼ੇਦਾਰ ਗੱਲ ਇਹ ਹੈ ਕਿ ਛੋਟਾ ਬੱਚਾ ਵੀ ਹੋਵੇ ਨਾ ਤੇ ਉਹਦੀ ਭਾਵੇਂ ਬੋਲੀ ਠੀਕ ਨਾ ਬੋਲ ਸਕਦਾ ਹੋਵੇ, ਉਸ ਵੇਲੇ ਜੇ ਉਹਨੂੰ ਉਹਦਾ ਕਈ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ ਜਾਂ ਉਹਦਾ ਜੇ ਬੋਲੀ ਬੋਲਣ 'ਚ ਮੁਹਾਰਤ ਨਹੀਂ ਹੁੰਦੀ, ਪਰ ਉਹਦੇ ਮਾਤਾ ਪਿਤਾ ਉਹਦੀ ਹਰ ਗੱਲ ਸਮਝਦੇ ਨੇ ਵੀ ਕੀ ਮੰਗਣਾ ਚਾਹੁੰਦਾ। ਈਵਨ ਕੁਝ ਬੱਚੇ ਵਿੱਚ ਸਪੈਸ਼ਲ ਐਬਿਲਿਟੀਜ਼ ਹੁੰਦੇ ਨੇ ਜਿਨ੍ਹਾਂ ਦੀਆਂ ਗੱਲਾਂ ਅਸੀਂ ਤੇ ਨਹੀਂ ਸਮਝ ਸਕਦੇ, ਪਰ ਮਾਤਾ ਪਿਤਾ ਫਿਰ ਵੀ ਸਮਝਦੇ। ਤਾਂ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਰਦਾਸ ਕੀ ਹੈ? ਮਨ ਦੀ ਬਿਰਥਾ। ਤੁਸੀਂ ਆਪਣੇ ਮਨ ਦੀ ਗੱਲ ਕਰਨੀ ਹੈ, ਆਪਣੇ ਪਿਤਾ ਨਾਲ ਸਿੱਧੀ ਕੀਤੀ ਜਾਏ, ਜਿਸ ਮਰਜ਼ੀ ਲੈਂਗੁਏਜ ਕੀਤੀ ਜਾਏ, ਉਹ ਸਾਡੀ ਹਰ ਬੋਲੀ ਨੂੰ ਸਮਝਦੇ। ਤਾਂ ਆਓ ਆਪਾਂ ਕੋਸ਼ਿਸ਼ ਤੇ ਹੋਣੀ ਚਾਹੀਦੀ ਹੈ ਕਿ ਆਪਣੀ ਅਰਦਾਸ ਆਪ ਕਰੀਏ। ਬਾਕੀ ਭੈਣ ਜੀ ਤੁਸੀਂ ਬਿਲਕੁਲ ਦਰੁਸਤ ਲਿਖਿਆ ਕਿ ਇਸ ਤਰ੍ਹਾਂ ਆਪਣੇ ਨਾਂ ਦੱਸ ਕੇ ਅਰਦਾਸ ਦੇ ਵਿੱਚ ਕਰਾਉਣੇ ਇਹ ਕੋਈ ਬਹੁਤੀ ਹੈਲਦੀ ਪ੍ਰੈਕਟਿਸ ਨਹੀਂ ਹੈ। ਤਾਂ ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਜੋ ਸਾਡੇ ਇਹ ਪੈਮਾਨਾਸ ਬਣੇ ਨੇ ਮਰਿਆਦਾ ਵਿੱਚ, ਗੁਰਬਾਣੀ ਵਿੱਚ, ਅਸੀਂ ਉਹਨਾਂ ਨੂੰ ਫੋਲੋ ਕਰੀਏ। ਅਸੀਂ ਸੱਜੇ ਖੱਬੇ ਦੇਖ ਕੇ ਲੋਕਾਂ ਦੀ ਨਕਲ ਨਾ ਕਰੀਏ। ਅਸੀਂ ਨਕਲਚੀ ਨਹੀਂ ਹਾਂ, ਅਸੀਂ ਅਸਲੀ ਗੁਰੂ ਦੇ ਅਸਲ ਸਿੱਖ ਹਾਂ, ਅਸਲ ਸਿੱਖ ਬਣੀਏ। ਤਾਂ ਸਾਧ ਸੰਗਤ ਜੀ, ਅੱਜ ਦੇ ਪ੍ਰੋਗਰਾਮ 'ਚ ਜਿੱਥੇ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਨੇ, ਸਵਾਲ ਵੀ 2 ਰਹਿ ਗਏ ਨੇ, ਮੈਂ ਸਭ ਲਈ ਆਪਾ ਸੁਖੇਮਾ ਮੰਗਦਾ ਤੇ ਬੇਨਤੀਆਂ 1-2 ਜ਼ਰੂਰ ਕਰਨੀਆਂ ਨੇ। ਇੱਕ ਤੇ ਕੱਲ ਤੋਂ ਜਿਹੜੀ ਕਲਾਸ ਹਿੰਦੀ ਦੀ ਕਲਾਸ ਹੈ, ਉਹ ਜਿਹੜੀ ਹੁਣ 10 ਵਜੇ ਇੰਡੀਆ ਦੇ ਹਿਸਾਬ ਨਾਲ ਜਿਹੜੀ ਕਲਾਸ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਕੱਲ ਤੋਂ ਪਹਿਲੇ ਵੀਕਲੀ ਸ਼ੁਰੂ ਕੀਤੀ ਜੀ, ਹਰ ਮੰਗਲਵਾਰ ਹੋਇਆ ਕਰੇਗੀ। ਤਾਂ ਜਿਨ੍ਹਾਂ ਨੂੰ ਹਿੰਦੀ 'ਚ ਮੁਹਾਰਤ ਹੈ ਜਾਂ ਜਿਨ੍ਹਾਂ ਦੇ ਕੰਟੈਕਟਸ ਵਿੱਚ ਉਹ ਲੋਕ ਹਨ ਜਿਨ੍ਹਾਂ ਨੂੰ ਹਿੰਦੀ ਦੀ ਮੁਹਾਰਤ ਹੈ, ਕਿਰਪਾ ਕਰਕੇ ਉਹਨਾਂ ਦੇ ਨਾਮ, ਉਹਨਾਂ ਦੇ WhatsApp ਨੰਬਰ, ਕੰਟੈਕਟਸ ਪਲੀਜ਼ ਸਾਨੂੰ ਅੱਜ ਹੀ ਭੇਜੋ ਤਾਂ ਕਿ ਅਸੀਂ ਉਹਨਾਂ ਨੂੰ ਲਿਸਟ ਕਰਕੇ ਕੱਲ ਇਨਵਾਈਟ ਕਰ ਸਕੀਏ। ਤੇ ਉਹ ਵੀ ਜ਼ਰੂਰੀ ਹੈ ਕਿਉਂਕਿ ਸੰਗਤ 'ਚੋਂ ਹੀ ਮੰਗ ਆਈ ਸੀਗੀ। ਜਿਨ੍ਹਾਂ ਲੋਕਾਂ ਦੀ ਭਾਸ਼ਾ ਜਿਹੜੀ ਹੈ ਉਹ ਪੰਜਾਬੀ ਨੂੰ ਨਹੀਂ ਚੰਗੀ ਤਰ੍ਹਾਂ ਸਮਝ ਸਕਦੇ, ਤੇ ਮੈਂ ਤਾਂ ਬੇਨਤੀ ਕਰਦਾ ਉਹਨਾਂ ਕਿ ਲੋੜ ਤਾਂ ਹੈਗੀ ਹੈ ਦੁਨੀਆ ਦੀ ਹਰ ਭਾਸ਼ਾ ਵਿੱਚ ਸਾਡਾ ਪ੍ਰਚਾਰ ਹੋਏਗਾ, ਫਿਰ ਗੱਲ ਬਣੇਗੀ। ਤਾਂ ਚਲੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਇੱਕ ਮੈਂ ਬੇਨਤੀ ਕਰਦਿਆਂ ਕਿ ਸੰਗਤ ਦੀ ਅਟੈਂਡੈਂਸ ਆਏ ਦਿਨ ਘਟਦੀ ਜਾ ਰਹੀ ਹੈ, ਇਹਦਾ ਕਾਰਨ ਲੱਭਣਾ ਚਾਹੀਦਾ। ਤੇ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਸਾਡੇ ਪ੍ਰੋਗਰਾਮ ਵਿੱਚ ਜਿਹੜੀਆਂ ਕਮਜ਼ੋਰੀਆਂ ਨੇ ਜ਼ਰੂਰ ਸਾਨੂੰ ਦੱਸੋ। ਕਈ ਵਾਰੀ ਇਹ ਵੀ ਹੁੰਦਾ ਕਿ ਪ੍ਰੋਗਰਾਮ ਜਿਹੜਾ ਬਹੁਤਾ ਇੰਟਰਸਟਿੰਗ ਨਹੀਂ ਰਹਿ ਜਾਂਦਾ ਤੇ ਸੰਗਤ ਜਿਹੜੀ ਘਟ ਜਾਂਦੀ। ਤੇ ਮੈਂ ਇਸੇ ਕਰਕੇ ਬੇਨਤੀ ਕਰਦਾ ਹੁੰਦਾ ਕਿ ਸਾਡੀਆਂ ਗਲਤੀਆਂ, ਸਾਡੀਆਂ ਕਮਜ਼ੋਰੀਆਂ ਦੱਸੋ, ਇਹ ਸਾਡੇ ਹਿੱਤ ਵਿੱਚ ਨੇ, ਸਾਡੇ ਚੰਗੇ ਭਲੇ ਲਈ ਨੇ। ਤਾਂ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਪ੍ਰੋਗਰਾਮ ਬਾਰੇ ਜਿੱਥੇ ਕਮਜ਼ੋਰੀਆਂ, ਉੱਥੇ ਮੈਂ ਸਾਨੂੰ ਇਹ ਵੀ ਦੱਸੋ ਕਿ ਪ੍ਰੋਗਰਾਮ ਨੂੰ ਕਿਵੇਂ ਹੋਰ ਵਧੀਆ ਬਣਾਇਆ ਜਾਏ। ਤੁਸੀਂ ਗਰੁੱਪ ਚੈਟ ਵਿੱਚ ਲਿਖੋ ਜਾਂ ਸਾਨੂੰ ਪ੍ਰਾਈਵੇਟਲੀ WhatsApp ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਸੁਜੈਸ਼ਨ ਦੀ, ਤੁਹਾਡੀ ਫੀਡਬੈਕ ਦੀ ਆਸ ਕਰਾਂਗੇ ਔਰ ਬੇਨਤੀ ਕਰਾਂਗੇ ਕਿ ਇਹ ਜਿਹੜੀ ਸੰਗਤ ਦੀ ਹਾਜ਼ਰੀ ਹੈ ਇਹ ਕਿਵੇਂ ਵਧਾਉਣੀ ਹੈ। ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਕਰੀਏ। ਕੋਈ ਇਹੋ ਜਿਹਾ ਆਪਾਂ ਤਰੀਕਾ ਕਰੀਏ, ਕੁਆਂਟਮ ਜੰਪ ਲੱਗ ਜਾਏ ਇੱਕ ਵਾਰੀ ਤੇ ਸੰਗਤ ਆ ਜਾਏ, ਇਕੱਠੀ ਹੋ ਜਾਏ। ਤੇ ਇਹ ਬਾਰੇ ਸੋਚਣਾ ਜਿਹੜਾ ਆਪਾਂ ਸਾਰਿਆਂ ਦਾ ਫਰਜ਼ ਬਣਦਾ। ਤਾਂ ਆਓ ਸਤ ਸੰਗਿਓ, ਮੈਂ ਆਪ ਜੀ ਦਾ ਬਹੁਤਾ ਸਮਾਂ ਨਾ ਲੈਣ ਦਾ, ਕਿਉਂਕਿ ਆਲਰੇਡੀ 1 ਮਿੰਟ ਉੱਪਰ ਹੋ ਗਿਆ। ਮੈਂ ਇੱਥੇ ਆਪ ਨੂੰ ਫਤਿਹ ਸਾਂਝੀ ਕਰਦਾ। ਅਗਲੇ ਹਫਤੇ ਆਪ ਵੱਲੋਂ ਭੇਜੇ ਸਵਾਲਾਂ ਦੇ ਜਵਾਬ ਲੈ ਕੇ ਸਾਰੇ ਪੈਨਲ ਮੈਂਬਰ ਤੁਹਾਡੀ ਸੇਵਾ ਵਿੱਚ ਸੋਮਵਾਰ ਇਸੇ ਸਮੇਂ ਹਾਜ਼ਰ ਹੋਣਗੇ ਜੀ। ਤਦ ਤੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।